ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ, ਮੂਕ ਉਚਰੈ ਸ਼ਾਸਤਰ ਖਟ। ਪਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾਏ, ਕਹਾਂ ਤੁਛ ਪ੍ਰਭ ਬੁੱਧ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਵ ਲੇਹੋ ਤੁਮ ਕਥਾ ਸੁਧਾਰੀ, ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ। ਜੇਹਾ ਤੁਮ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹਿਲਾ, ਸਿਵਰਹੁ ਸਿਰਜਣਹਾਰੋ। ਜੈ ਘਰ ਕੀਰਤ ਆਖੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ, ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਇਆਲਤਾ ਦਾ ਸਦਕਾ, ਜੋ ਹਜ਼ੂਰ ਦੀ ਮੁੱਖ ਵਾਕ ਅੰਮ੍ਰਿਤਮਈ ਪਰਮ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਗੌੜੀ ਰਾਗ ਵਿੱਚ ਇਹ ਹੁਣ ਕਥਾ ਚੱਲ ਰਹੀ ਹੈ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ ਉਚਾਰਨ ਕੀਤੇ ਹੋਏ ਸ਼ਬਦ ਹਨ, 19 ਸ਼ਬਦਾਂ ਦੀ ਵਿਚਾਰ ਪਹਿਲਾਂ ਹੋ ਚੁੱਕੀ ਹੈ। ਇਸ ਤੋਂ ਅੱਗੇ ਹੁਣ ਜਿਹੜਾ ਸ਼ਬਦ ਆ ਰਿਹਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ 23ਵਾਂ ਸ਼ਬਦ ਹੈ। ਔਰ ਉਸ ਤੋਂ ਅੱਗੇ ਫਿਰ ਤੀਜੇ ਪਾਤਸ਼ਾਹ ਦੇ ਸ਼ਬਦ ਆਰੰਭ ਹੋ ਰਹੇ ਨੇ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਜੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਭਾਈ ਗੁਰਦਾਸ ਜੀ ਪਾਸੋਂ ਸਰੂਪ ਲਿਖਵਾਇਆ ਗਿਆ, ਜੋ ਕਰਤਾਰਪੁਰ ਸਾਹਿਬ ਵਾਲਾ ਸਰੂਪ ਹੈ, ਉਸੇ ਦੇ ਆਧਾਰ 'ਤੇ ਦਮਦਮਾ ਸਾਹਿਬ ਵਾਲਾ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਵਾਇਆ ਸੀ, ਬਾਣੀ ਲਿਖਵਾਈ ਸੀ। ਅਤੇ ਉਦੋਂ ਪੰਜਵੇਂ ਪਾਤਸ਼ਾਹ ਵੇਲੇ ਤੱਕ ਜਿਹੜਾ ਗੁਰਸਿੱਖਾਂ ਦਾ ਨਿਤਨੇਮ ਸੀ, ਸਵੇਰ ਵੇਲੇ ਜਪਜੀ ਸਾਹਿਬ, ਸ਼ਾਮ ਨੂੰ ਸੰਝੈ ਸੋਦਰ ਗਾਵਣਾ, ਮਨ ਮੇਲੀ ਕਰ ਮੇਲ ਮਿਲੰਦੇ। ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸ਼ਾਦ ਵੰਡੰਦੇ। ਔਰ ਫਿਰ ਸੋਹਿਲਾ ਸਾਹਿਬ ਦਾ ਪਾਠ, ਉਹ 5 ਸ਼ਬਦ ਸਨ ਸੋਹਿਲਾ ਸਾਹਿਬ ਦੇ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਵਿੱਚੋਂ ਵੱਖਰੇ ਵੱਖਰੇ ਰਾਗਾਂ 'ਚੋਂ ਹੀ, ਜਿਵੇਂ ਰਹਿ ਰਾਸ ਸਾਹਿਬ ਦਾ ਪਾਠ ਬਣਾਇਆ, ਇਸੇ ਤਰ੍ਹਾਂ ਸੋਹਿਲਾ ਸਾਹਿਬ ਦੇ ਵੀ 5 ਸ਼ਬਦ ਵੱਖਰੇ ਵੱਖਰੇ ਰਾਗਾਂ 'ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਰਹਿ ਰਾਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਲਿਖਵਾਏ। ਔਰ ਉਹ ਜਿਹੜਾ ਸ਼ਬਦ ਹੈ ਸੋਹਿਲਾ ਸਾਹਿਬ ਦਾ ਪਹਿਲਾ, ਉਹੀ ਸ਼ਬਦ ਹੁਣ ਇੱਥੇ ਰਾਗ ਦੇ ਅੰਦਰ, ਗੌੜੀ ਰਾਗ ਦੇ ਅੰਦਰ ਜਿਵੇਂ ਅੰਕਿਤ ਕਰਵਾਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਭਾਵ ਕਿ ਇਹ ਸਾਰੇ ਜਿਹੜੇ ਵੱਖਰੇ ਵੱਖਰੇ ਰਾਗਾਂ ਸ਼ਬਦ ਉਚਾਰੇ ਹਨ ਸਤਿਗੁਰਾਂ ਨੇ, ਕਈ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ 2-2 ਵਾਰੀ ਜਾਂ 3-3 ਵਾਰੀ ਵੀ ਆਏ ਨੇ। ਜਿਵੇਂ ਇਹ ਜਿਹੜਾ ਸ਼ਬਦ ਅੱਗੇ ਆ ਰਿਹਾ, ਇਹ ਸੋਹਿਲਾ ਸਾਹਿਬ ਦਾ ਪਹਿਲਾ ਸ਼ਬਦ ਆ, ਜਿਹੜਾ ਅਸੀਂ ਰਾਤ ਨੂੰ ਬਿਰਾਜਣ ਵੇਲੇ ਇਹ ਸੋਹਿਲਾ ਸਾਹਿਬ ਦਾ ਨਿਤਨੇਮ ਪਾਠ ਅਸੀਂ ਕਰਦੇ ਹਾਂ। ਹੁਣ ਜਿਹੜਾ ਅਸੀਂ ਨਿਤਨੇਮ ਕਰਦੇ ਹਾਂ ਉਹਦੇ ਨਾਲ ਕੁਝ ਰੱਖਿਆ ਦੇ ਸ਼ਬਦ ਵੀ ਪੜ੍ਹੇ ਜਾਂਦੇ ਨੇ, ਜਿਵੇਂ ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ।
ਤੇ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਸਰਣਾਈ। ਤੇ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਸ਼ਲੋਕ ਮਹੱਲਾ ਪੰਜਵਾ ਮਨ ਮਹਿ ਚਿਤਵਉ ਚਿਤਵਨੀ ਉਦਮ ਕਰਉ ਉਠ ਨੀਤ। ਇਹ 4 2 ਸ਼ਬਦ ਤੇ 2 ਸ਼ਲੋਕ ਪੜ੍ਹ ਕੇ ਫਿਰ ਸੋਹਿਲਾ ਸਾਹਿਬ ਦੇ 5 ਸ਼ਬਦ ਪ੍ਰੇਮ ਨਾਲ ਪੜ੍ਹ ਕੇ ਫਿਰ 10ਵੀਂ ਅਰਦਾਸ 10 ਪਾਤਸ਼ਾਹੀਆਂ ਦੇ ਨਾਮ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਯਾਦ ਕਰਕੇ ਬੇਨਤੀ ਕਰਕੇ ਤੇ ਫਿਰ ਬਰਾਜੀ ਦਾ ਇਹ ਗੁਰਸਿੱਖਾਂ ਨੂੰ ਇਹ ਨਿਯਮ ਦਿੱਤਾ ਸਤਿਗੁਰੂ ਮਹਾਰਾਜ ਨੇ। ਸੋ ਰਹੋ ਵਿਚਾਰ। ਇਹ ਸ਼ਬਦ ਗੌੜੀ ਰਾਗ ਵਿੱਚ, ਗੌੜੀ ਰਾਗ ਦੀ ਪੂਰਬੀ ਤੇ ਦੀਪਕੀ ਵੰਨਗੀ ਹੈ। ਇਹਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਮਹੱਲਾ ਪਹਿਲਾ ਤੋਂ ਮਤਲਬ ਪਹਿਲਾ ਸਰੂਪ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੇ ਜਾਮੇ ਅੰਦਰ ਇਹ ਸ਼ਬਦ ਉਚਾਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਭਨਾਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਤੇ ਸਤਿਗੁਰੂ ਮਹਾਰਾਜ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜੇ ਸਤਿਗੁਰੂ ਮਹਾਰਾਜ ਨੂੰ ਪ੍ਰਸ਼ਨ ਕਰੇ ਜਗਿਆਸੂ ਕਿ ਗੁਰੂ ਮਹਾਰਾਜ ਜੀ ਦੱਸੋ ਸੰਸਾਰ ਤੋਂ ਕਲਿਆਣ ਕਿਵੇਂ ਹੋ ਸਕਦੀ ਹੈ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਈ ਅਕਾਲ ਪੁਰਖ ਦਾ ਸੋਹਿਲਾ ਗਾਉਣਾ ਚਾਹੀਦਾ, ਪਰਮਾਤਮਾ ਦਾ ਜਸ ਗਾਉਣਾ, ਮੰਗਲਮਈ ਗੀਤ ਗਾਉਣਾ ਵਾਹਿਗੁਰੂ ਦਾ। ਜਿੰਨਾ ਵੱਧ ਆਪਣੇ ਜੀਵਨ ਵਿੱਚ ਵਾਹਿਗੁਰੂ ਨੂੰ ਗਾਓਗੇ ਭਾਵਨਾ ਸਹਿਤ ਤੇ ਕਲਿਆਣ ਹੁੰਦੀ ਜਾਏਗੀ, ਭਲਾ ਹੋ ਜਾਏਗਾ, ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹੋ ਵਾਹਿਗੁਰੂ ਨੂੰ ਗਾ ਕੇ। ਤੇ ਫਿਰ ਪ੍ਰਸ਼ਨ ਉੱਠਦਾ ਕਿ ਮਹਾਰਾਜ ਜੀ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਜਸ ਗਾਉਣ ਵਾਸਤੇ ਜਗ੍ਹਾ ਕਿਹੜੀ ਸਭ ਤੋਂ ਵਧੀਆ, ਅਸਥਾਨ ਕਿਹੜਾ ਹੈ? ਤਾਂ ਸਤਿਗੁਰੂ ਮਹਾਰਾਜ ਦੱਸਦੇ ਨੇ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜੈ ਜਿਸ ਘਰ ਭਾਵ ਸਤਸੰਗ ਰੂਪੀ ਘਰ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਸਾਰੇ ਗੁਰਸਿੱਖ ਮਿਲ ਕੇ ਆਖਦੇ ਹਨ, ਭਾਵ ਜਸ ਗਾਉਂਦੇ ਨੇ, ਸੁਣਦੇ ਨੇ। ਕਰਤੇ ਕਾ ਹੋਏ ਵਿਚਾਰੋ, ਉਹ ਸਤਸੰਗ ਸਥਾਨ ਬਣਾਇਆ ਹੀ ਇਸ ਵਾਸਤੇ ਹੁੰਦਾ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੇ ਜਾਮੇ 'ਚ ਜਦੋਂ ਹਜੂਰ ਨਗਰਾਂ ਨਗਰਾਂ ਵਿੱਚ ਚਰਨ ਪਾਏ ਨੇ, ਜਿੱਥੇ ਜਿੱਥੇ ਪ੍ਰੇਮੀ ਆਪ ਜੀ ਕੋਲ ਆ ਕੇ ਬੈਠਦੇ ਸਨ ਤੇ ਸਤਿਗੁਰੂ ਜੀ ਉਹਨਾਂ ਨੂੰ ਵਾਹਿਗੁਰੂ ਦਾ ਜਸ ਗਾਉਣ ਦਾ, ਪਰਮਾਤਮਾ ਦਾ ਨਾਮ ਜਪਣ ਦਾ, ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਦਾ ਉਪਦੇਸ਼ ਦੇ ਕੇ ਅੱਗੇ ਜਾਣਾ ਹੁੰਦਾ ਸੀ। ਤਾਂ ਸਤਿਗੁਰੂ ਮਹਾਰਾਜ ਫਿਰ ਉਹਨਾਂ ਨੂੰ ਕਹਿ ਜਾਂਦੇ ਸਨ, ਆਗਿਆ ਕਰਦੇ ਸੀ ਕਿ ਇੱਕ ਸਾਂਝੀ ਜਗ੍ਹਾ ਧਰਮਸ਼ਾਲਾ ਬਣਾਓ, ਉੱਥੇ ਸਾਰੇ ਮਿਲ ਕੇ ਇਕੱਠੇ ਹੋ ਕੇ ਸਤਸੰਗ ਕਰਿਆ ਕਰੋ। ਤੇ ਸ਼ਬਦਾਂ ਦੀ ਪੋਥੀ ਲਿਖ ਕੇ ਉਹਨੂੰ ਦਿੰਦੇ ਸੀ, ਇਹਨਾਂ ਸ਼ਬਦਾਂ ਰਾਹੀਂ ਕਰਤੇ ਦਾ ਜਸ ਗਾਇਆ ਕਰੋ। ਇੰਝ ਸਤਿਗੁਰੂ ਜੀ ਨੇ ਧਰਮਸ਼ਾਲਾ ਜਗ੍ਹਾ ਜਗ੍ਹਾ ਤੇ ਨਗਰਾਂ 'ਚ ਸਤਸੰਗ ਕਾਇਮ ਕੀਤਾ। ਸੋ ਫਿਰ ਇਸੇ ਪ੍ਰਕਾਰ ਕਰਤਾਰਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਸਤਸੰਗ ਸਥਾਨ ਬਣਾਇਆ, ਨਾਲੇ ਸਿੱਖਾਂ ਤੋਂ ਕਿਰਤ ਕਰਾਈ, ਆਪ ਵੀ ਕਿਰਤ ਕਰਦੇ ਸਨ। ਸਿੱਖਾਂ ਤੋਂ ਕਿਰਤ ਕਰਾਈ ਤੇ ਉਸ ਕਿਰਤ ਦੁਆਰਾ ਤਿਆਰ ਕੀਤਾ ਭੋਜਨ ਸਾਰੇ ਮਿਲ ਕੇ ਬੈਠ ਕੇ ਛਕਦੇ ਸਨ। ਅਸਲ ਵਿੱਚ ਤੇ ਸੰਸਾਰ ਦਾ ਭਲਾ ਇਸੇ ਵਿੱਚ ਹੀ ਹੈ ਵੀ ਭਰਾਤਰੀ ਭਾਵ ਹੋਵੇ, ਬੜੇ ਪ੍ਰੇਮ ਸਹਿਤ ਸਾਰੇ ਕਿਰਤ ਕਰਨ ਤੇ ਫਿਰ ਇੱਕ ਥਾਂ ਤੇ ਆ ਕੇ ਸ਼ਾਮਾਂ ਨੂੰ ਕੰਮਾਂ ਤੋਂ ਵਿਹਲੇ ਹੋ ਕੇ ਸਤਸੰਗ ਕਰਨ ਤੇ ਫਿਰ ਬਣਿਆ ਹੋਇਆ ਭੋਜਨ ਸਾਰੇ ਬੈਠ ਕੇ ਛਕ ਲੈਣ। ਤੇ ਇਹਦੇ ਨਾਲ ਬੜਾ ਲਾਭ ਹੈ। ਇਕੱਲੇ ਇਕੱਲੇ ਆਪੋ ਆਪਣੇ ਘਰਾਂ 'ਚ ਅਸੀਂ ਬਣਾਉਂਦੇ ਹਾਂ ਤੇ ਉੱਥੇ ਸਾਰਿਆਂ ਦਾ ਸਮਾਂ ਬਣਾਉਣ 'ਚ ਲੱਗਦਾ। ਅਗਰ ਇੱਕ ਥਾਂ ਮਿਲ ਕੇ ਬਣਾਉਣਗੇ ਵਾਰੀ ਵਾਰੀ, ਅੱਜ 5 ਗੁਰਸਿੱਖਾਂ ਦੀ ਵਾਰੀ ਹੈ, ਕੱਲ੍ਹ ਨੂੰ ਦੂਜੇ 5 ਦੀ ਵਾਰੀ, ਬਾਕੀ ਸਾਰੇ ਸਤਸੰਗ ਕਰਨ, ਜਾਂ ਪਹਿਲਾਂ ਭੋਜਨ ਤਿਆਰ ਹੋ ਜਾਏ ਤੇ ਸਤਸੰਗ ਕਰਕੇ ਫਿਰ ਛਕਿਆ ਜਾਏ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਇਹ ਭਰਾਤਰੀ ਭਾਵ ਬਣਾਇਆ, ਪ੍ਰੇਮ ਬਣਾਇਆ ਦੁਨੀਆ ਦੇ ਵਿੱਚ, ਵੰਡਿਆ ਪ੍ਰੇਮ ਕਿ ਵਾਹਿਗੁਰੂ ਨਾਲ ਜੁੜੋ ਤੇ ਸਾਰਿਆਂ ਜੀਆਂ ਨੂੰ ਪਰਮਾਤਮਾ ਦੀ ਅੰਸ਼ ਜਾਣ ਕੇ ਪਿਆਰ ਮੁਹੱਬਤ ਕਰੋ ਤੇ ਮਿਲ ਕੇ ਸਤਸੰਗ ਕਰੋ। ਜਿਵੇਂ ਬਚਨਨ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਮਿਲ ਕੇ ਬੈਠ ਕੇ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ, ਇਹ ਉਪਦੇਸ਼ ਦਿੱਤਾ। ਫਿਰ ਇਸੇ ਤਰ੍ਹਾਂ ਖਡੂਰ ਸਾਹਿਬ ਸੰਗਤ ਕਾਇਮ ਕੀਤੀ, ਫਿਰ ਗੋਇੰਦਵਾਲ ਸਾਹਿਬ, ਫਿਰ ਅੰਮ੍ਰਿਤਸਰ ਸਾਹਿਬ 52 ਕਿੱਤਿਆਂ ਵਾਲੇ ਲੋਕ ਵੀ ਵਸਾਏ ਤੇ ਉੱਥੇ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ। ਸਾਰੇ ਜਿਹੜੇ ਆਉਂਦੇ ਸੀ ਸਤਿਗੁਰਾਂ ਪਾਸ ਕੇ ਮਹਾਰਾਜ ਸਾਡਾ ਕਿਰਤ ਵਿਹਾਰ ਚੰਗੀ ਤਰ੍ਹਾਂ ਚੱਲਦਾ ਨਹੀਂ, ਇੱਥੇ ਲੋਕਾਂ ਦੀ ਵਸੋਂ ਘੱਟ ਹੈ ਤੇ ਮਹਾਰਾਜ ਜੀ ਸਾਡਾ ਵਿਹਾਰ ਨਹੀਂ ਚੱਲਦਾ ਸੀ ਤੇ ਤੁਹਾਡੇ ਹੁਕਮ ਅਨੁਸਾਰ ਇੱਥੇ ਆ ਕੇ ਵਸੇ ਸੀ, ਆਪਣੀਆਂ ਦੁਕਾਨਾਂ ਪਾਈਆਂ ਸਨ। ਤਾਂ ਸਤਿਗੁਰੂ ਜੀ ਨੇ ਕਿਹਾ ਸੀ ਕਿ ਫਿਕਰ ਨਾ ਕਰੋ,
ਸਵੇਰੇ ਆ ਕੇ ਵੀ ਇੱਥੇ ਹਰਿਮੰਦਰ ਸਾਹਿਬ ਦਰਸ਼ਨ ਕਰਿਆ ਕਰੋ, ਕੀਰਤੀ ਸੁਣਿਆ ਕਰੋ ਵਾਹਿਗੁਰੂ ਦੀ। ਸ਼ਾਮਾਂ ਨੂੰ ਕੰਮਾਂ ਤੋਂ ਵਿਹਲੇ ਹੋ ਕੇ ਫਿਰ ਨਤਮਸਤਕ ਹੋਇਆ ਕਰੋ। ਭਰੋਸਾ ਰੱਖੋ, ਬਹੁਤ ਕਾਰੋਬਾਰ ਚੱਲਣਗੇ। ਅੱਜ ਵੀ ਉਦੋਂ ਦੇ ਬਣਾਏ ਹੋਏ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਾਇਮ ਨੇ, ਔਰ ਇਸ ਤਰ੍ਹਾਂ ਉਹਨਾਂ ਦੇ ਕਾਰੋਬਾਰ ਬਹੁਤ ਚੱਲੇ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਇਹ ਬਚਨ ਨੇ ਨਾ ਬਾਣੀ ਅੰਦਰ। ਇਹ ਰਾਮਦਾਸਪੁਰਾ ਜਿਹੜਾ ਅੰਮ੍ਰਿਤਸਰ ਸਾਹਿਬ ਹੈ, ਬਹੁਤ ਘੁੱਗ ਵਸਿਆ ਉਸ ਵੇਲੇ, ਅੱਜ ਵੀ ਵਸਦਾ ਹੈ। ਔਰ ਉਸ ਪ੍ਰੇਮੀ ਅਜੇ ਵੀ ਨਿਯਮ ਦੇ ਅਨੁਸਾਰ ਹਰਿਮੰਦਰ ਸਾਹਿਬ ਨਤਮਸਤਕ ਰੋਜ਼ ਹੁੰਦੇ ਨੇ, ਕੀਰਤਨ ਸੁਣਦੇ ਨੇ, ਪ੍ਰਵਾਹ ਚੱਲਦਾ ਵਾਹਿਗੁਰੂ ਦੇ ਕੀਰਤਨ ਦਾ। ਅਖੰਡ ਕੀਰਤਨ ਹੋ ਰਿਹਾ ਲਗਾਤਾਰ ਇੰਨੇ 100 ਸਾਲ ਤੋਂ। ਸੋ ਇਸ ਪ੍ਰਕਾਰ ਸਤਿਗੁਰੂ ਨੇ ਅਕਾਲ ਪੁਰਖ ਨਾਲ ਜੋੜਿਆ ਅਤੇ ਸਾਰਿਆਂ ਜੀਆਂ ਵਿੱਚ ਪਰਮਾਤਮਾ ਦੀ ਜੋਤ ਜਾਣ ਕੇ ਮੁਹੱਬਤ ਕਰਨੀ ਸਿਖਾਈ ਕਿ ਪਿਆਰ ਮੁਹੱਬਤ ਦੇ ਨਾਲ ਵਾਹਿਗੁਰੂ ਦਾ ਜਸ ਮਿਲ ਕੇ ਗਾਓ, ਔਰ ਸੰਗਤ ਤੇ ਪੰਗਤ ਦੀ ਸਾਂਝ ਬਖਸ਼ਿਸ਼ ਕੀਤੀ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਜਿਹੜਾ ਪਰਮਾਰਥ ਦਾ ਸਾਧਨ ਹੈ ਉਹ ਸਤ ਸੰਗਤ ਬਿਆਨ ਕੀਤਾ, ਸਾਨੂੰ ਸਮਝਾਇਆ ਸਾਰਿਆਂ ਨੂੰ, ਬਲਕਿ ਸਾਰੀ ਸ੍ਰਿਸ਼ਟੀ ਨੂੰ ਇਹ ਸੰਦੇਸ਼ ਦਿੱਤਾ ਕਿ ਇਸ ਮਾਰਗ 'ਤੇ ਚੱਲੋਗੇ ਤਾਂ ਸੰਸਾਰ ਸਮੁੰਦਰ ਤੋਂ ਤਰ ਜਾਓਗੇ। ਜੈ ਘਰ ਕੀਰਤ ਆਖੀ ਹੈ, ਜਿਸ ਸਤ ਸੰਗਤ ਰੂਪੀ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ, ਭਾਵ ਵਾਹਿਗੁਰੂ ਦਾ ਕੀਰਤਨ ਗਾਇਆ ਜਾਂਦਾ ਹੈ, ਪਰਮਾਤਮਾ ਦਾ ਜਸ ਗਾਇਆ ਜਾਂਦਾ ਹੈ। ਔਰ ਕਰਤੇ ਕਾ ਹੋਏ ਵਿਚਾਰੋ, ਅਤੇ ਕਰਤੇ ਅਕਾਲ ਪੁਰਖ ਦਾ ਵਿਚਾਰ ਵੀ ਹੁੰਦਾ ਹੈ, ਭਾਵ ਕਥਾ ਹੁੰਦੀ ਹੈ ਗੁਰਦੁਆਰੇ ਸਾਹਿਬਾਨਾਂ 'ਚ। ਪਰਮਾਤਮਾ ਬਾਰੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਉਹ ਕਿੰਨਾ ਕੁ ਦਿਆਲੂ ਕਿਰਪਾਲੂ ਹੈ, ਕਿੰਨਾ ਕੁ ਬਖਸ਼ਿੰਦ ਹੈ, ਉਹ ਅੰਤਰਜਾਮੀ, ਸਭ ਦੇ ਦਿਲਾਂ ਦੀਆਂ ਜਾਣਦਾ। ਉਹ ਵੇਖਦਾ ਵੀ ਹੈ, ਸੁਣਦਾ ਵੀ ਹੈ, ਪਤਿਤ ਪਾਵਨ ਹੈ, ਭਗਤ ਵਸ਼ਲ ਹੈ ਇਤਿਆਦਿਕ। ਵਾਹਿਗੁਰੂ ਦੇ ਗੁਣਾਨਵਾਦ ਨੂੰ ਗਾਇਆ ਵੀ ਜਾਂਦਾ ਅਤੇ ਪਰਮਾਤਮਾ ਦੀ ਵਡਿਆਈ ਨੂੰ ਵਿਚਾਰਿਆ ਵੀ ਜਾਂਦਾ। ਕਰਤੇ ਦਾ ਸਰੂਪ ਕਿਆ ਹੈ, ਉਹ ਕਿਹੋ ਜਿਹੇ ਸੁਭਾਅ ਦਾ ਹੈ, ਔਰ ਇਸ ਪ੍ਰਕਾਰ ਉਹਦਾ ਵਾਸਾ ਕਿੱਥੇ ਹੈ, ਇਹ ਸਾਰਾ ਕੁਝ ਸਤਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ ਸਾਨੂੰ। ਤਿਤ ਘਰ ਗਾਵਹੁ ਸੋਹਿਲਾ, ਭਾਈ ਤੁਸੀਂ ਵੀ ਉੱਥੇ ਜਾ ਕੇ ਮਿਲੋ ਸਤਸੰਗਤ ਵਿੱਚ। ਤਿਤ ਘਰ, ਤਿਸ ਘਰ, ਸਤਸੰਗਤ ਰੂਪੀ ਘਰ ਵਿੱਚ ਜਾ ਕੇ ਬੈਠ ਕੇ ਵਾਹਿਗੁਰੂ ਦਾ ਮੰਗਲਮਈ ਗੀਤ, ਜਸ, ਸੋਹਿਲ ਦਾ ਅਰਥ ਹੈ ਜਸ, ਮੰਗਲਮਈ ਗੀਤ, ਪਰਮਾਤਮਾ ਦੀ ਵਡਿਆਈ ਤੁਸੀਂ ਵੀ ਗਾਓ। ਸਿਵਰਹੁ ਸਿਰਜਣਹਾਰੋ, ਜਿੱਥੇ ਸੋਹਿਲਾ ਸਾਹਿਬ ਦਾ ਪਾਠ ਨਿਤਨੇਮ ਵਜੋਂ ਲਿਖਵਾਇਆ ਸਤਿਗੁਰਾਂ, ਉੱਥੇ ਸਿਵਰਿਓ ਸਿਰਜਣਹਾਰੋ, ਥੋੜ੍ਹਾ ਥੋੜ੍ਹਾ ਅੱਖਰਾਂ 'ਚ ਅੰਤਰ ਪਾਇਆ ਹਜ਼ੂਰ ਨੇ। ਜਦੋਂ ਇੱਕ ਸ਼ਬਦ ਨੂੰ 2 ਵਾਰੀ ਉਚਾਰਿਆ ਜਾਂ 3 ਵਾਰੀ ਉਚਾਰਿਆ ਅਤੇ ਉੱਥੇ ਅੱਖਰਾਂ ਦੇ ਵਿੱਚ ਕੁਛ ਅੰਤਰ ਪਾਇਆ ਹਜ਼ੂਰ ਨੇ। ਜਿੱਥੇ ਕਹਿੰਦੇ ਨੇ ਸਿਵਰਹੁ ਸਿਰਜਣਹਾਰੋ, ਅਰਥ ਉਹੀ ਹੈ ਕਿ ਸਿਰਜਣਹਾਰ, ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਜਿਹਨੇ ਤੁਹਾਨੂੰ ਵੀ ਪੈਦਾ ਕੀਤਾ, ਸਭ ਨੂੰ ਰਚਿਆ ਹੈ, ਉਹ ਜਿਹੜਾ ਪਦੈਸ਼ ਕਰਨ ਵਾਲਾ ਹੈ, ਸਿਰਜਣਹਾਰ ਹੈ, ਜਗਤ ਦੀ ਰਚਨਾ ਕਰਨ ਵਾਲਾ ਹੈ। ਐਸੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੋ, ਜ਼ਬਾਨ ਨਾਲ ਜਪੋ, ਜਸ ਗਾਓ, ਕੰਨਾਂ ਨਾਲ ਸੁਣੋ ਅਤੇ ਹਿਰਦੇ ਨਾਲ ਵੀ ਸਿਮਰੋ ਪਰਮਾਤਮਾ ਨੂੰ। ਹਰ ਜਨ ਸਿਮਰੋ ਹਿਰਦੈ ਰਾਮ, ਹਰ ਜਨ ਕੋ ਆਪਦਾ ਨਿਕਟ ਨਾ ਆਵੈ, ਪੂਰਨ ਦਾਸ ਕੇ ਕਾਮ। ਸਤਿਗੁਰੂ ਨੇ ਸਾਧਨ ਇਹੀ ਬਖਸ਼ਿਆ, ਸਾਰੇ ਦੁੱਖਾਂ ਦੀ ਨਿਵਰਤੀ ਲਈ, ਆਤਮਿਕ ਸੁਖ ਦੀ ਪ੍ਰਾਪਤੀ ਲਈ, ਪਰਮਾਨੰਦ ਦੀ ਪ੍ਰਾਪਤੀ ਲਈ, ਜੰਮਣ ਮਰਨ ਤੋਂ ਖਹਿੜਾ ਛੁਡਾਉਣ ਲਈ ਇਹੋ ਹੀ ਵੱਡਾ ਸਾਧਨ ਹੈ, ਔਰ ਸ਼੍ਰੋਮਣੀ ਹੈ ਕਲਯੁਗ ਦੇ ਸਮੇਂ ਅੰਦਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਜ਼ੂਰ ਕਹਿੰਦੇ ਹੋਰਨਾਂ ਦੇ ਸੋਹਿਲੇ ਨਾ ਗਾਈ ਜਾਓ। ਐਵੇਂ ਮਨੁੱਖ ਦੇ ਸੋਹਿਲੇ ਕਈ ਵਾਰੀ ਗਾਈ ਜਾਂਦਾ, ਚਾਪਲੂਸੀ ਕਰਦਾ ਹੋਇਆ, ਜਿਨ੍ਹਾਂ 'ਚ ਗੁਣ ਵੀ ਨਾ ਹੋਣ ਅਤੇ ਉਹਨਾਂ ਤੋਂ ਕੋਈ ਮਤਲਬ ਹੋਵੇ, ਲਾਭ ਲੈਣਾ ਹੋਵੇ, ਅਤੇ ਉਹਨਾਂ ਦੇ ਔਗਣ ਵੀ ਗੁਣ ਬਣਾ ਪੇਸ਼ ਕੀਤੇ ਜਾਂਦੇ ਨੇ, ਅਤੇ ਜਿਨ੍ਹਾਂ ਦੇ ਖਿਲਾਫ ਹੋਈ ਉਹਨਾਂ ਦੇ ਗੁਣਾਂ ਨੂੰ ਵੀ ਨਜ਼ਰਅੰਦਾਜ਼ ਕਰਕੇ ਔਗਣ ਆਰੋਪੇ ਜਾਂਦੇ, ਦੋਸ਼ ਆਰੋਪੇ ਜਾਂਦੇ ਨੇ। ਉਸਤਤ ਨਿੰਦਾ ਦੋ ਬਿਵਰਜਿਤ ਤਜੋ ਮਾਨ ਅਭਿਮਾਨਾ, ਹਜ਼ੂਰ ਨੇ ਕਿਹਾ। ਐਵੇਂ ਫੋਕੀ ਉਸਤਤ ਲੋਕਾਂ ਦੀ ਕਰੀ ਜਾਣੀ ਖੁਸ਼ਾਮਦ, ਅਤੇ ਜਾਂ ਕੁਝ ਲੋਕਾਂ ਦੀ ਨਿੰਦਾ ਕਰੀ ਜਾਣੀ, ਅਣਹੋਈ ਨਿੰਦਾ, ਇਹ ਦੋਵੇਂ ਕੰਮ ਗਲਤ ਨੇ। ਅਤੇ ਸੋਹਿਲਾ ਗਾਓ ਵਾਹਿਗੁਰੂ ਪਰਮਾਤਮਾ ਦਾ। ਤੁਮ ਗਾਵੋ ਹੈ ਭਾਈ, ਤੁਸੀਂ ਗਾਓ ਮੇਰੇ, ਜਿਹੜਾ ਮੇਰਾ ਮਾਲਕ ਹੈ, ਨਿਰਭਉ, ਡਰਾਂ ਤੋਂ ਰਹਿਤ, ਨਿਡਰ ਸਰੂਪ ਪਰਮਾਤਮਾ ਅਕਾਲ ਪੁਰਖ, ਜਿਸ ਨੂੰ ਮੈਂ ਜਪਦਾ ਹਾਂ, ਉਸ ਮੇਰੇ ਨਿਰਭਉ ਵਾਹਿਗੁਰੂ ਦਾ ਸੋਹਿਲਾ ਜਸ ਰੂਪੀ ਗੀਤ ਉਸ ਵਾਹਿਗੁਰੂ ਦਾ ਗਾਓ। ਹਉ ਵਾਰੀ ਜਾਓ ਜਿਤ ਸੋਹਿਲਾ ਸਦਾ ਸੁਖ ਹੋਏ। ਗੁਰੂ ਮਹਾਰਾਜ ਜੀ ਗਾਉਣ ਦੇ ਨਾਲ ਕੀ ਲਾਭ ਹੋਵੇਗਾ? ਤਾਂ ਮਹਾਰਾਜ ਕਹਿੰਦੇ ਨੇ ਜਿਤ ਸੋਹਿਲਾ ਸਦਾ ਸੁਖ ਹੋਏ, ਜਿਸ ਵਾਹਿਗੁਰੂ ਦੇ
ਸੋਹਿਲਾ ਗਾਉਣ ਦੇ ਨਾਲ, ਜਿਸ ਸੋਹਿਲੇ ਜਸ ਦੇ ਗੀਤ ਨਾਲ, ਮੰਗਲਮਈ ਗੀਤ ਗਾਉਣ ਨਾਲ, ਸੁਣਨ ਨਾਲ ਸਦਾ ਵਾਸਤੇ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਵਾਹਿਗੁਰੂ ਦੇ ਜਸ ਤੋਂ ਦੇਖੋ ਕਿੰਨੀ ਸੰਸਾਰ ਦੀ ਮੱਤ ਮਾਰੀ ਗਈ ਹੈ, ਕੁਝ ਲੋਕਾਂ ਦੀ ਕਿੰਨੀਆਂ ਬੁੱਧੀਆਂ ਭ੍ਰਿਸ਼ਟ ਹੋਈਆਂ ਨੇ। ਚਾਹੇ ਤੁਸੀਂ ਕਿਸੇ ਮੱਤ ਦੇ ਵੀ ਹੋ, ਪਰ ਧਰਮ ਗ੍ਰੰਥ ਜਿਨ੍ਹਾਂ 'ਚ ਵਾਹਿਗੁਰੂ ਦਾ ਜਸ ਲਿਖਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਕਿਸੇ ਦੀ ਵੀ ਖਿਲਾਫ ਵਰਜੀ ਨਹੀਂ ਕਰਦੇ, ਸਤਿਗੁਰਾਂ ਦਾ ਤਾਂ ਮੱਤ ਹੀ ਅਦਵਾਇਤ ਹੈ। ਸਤਿਗੁਰੂ ਨੇ ਪਹਿਲਾ ਬਚਨ ਹੀ ਇੱਕ ਓੰਕਾਰ ਉਚਾਰਿਆ। ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਬਚਨ ਇੱਕ ਓੰਕਾਰ ਹੈ। ਇੱਥੋਂ ਬਾਣੀ ਦੀ ਆਰੰਭਤਾ ਕੀਤੀ ਹੈ। ਇੱਕ ਓੰਕਾਰ ਦਾ ਮਤਲਬ ਵੀ ਪਰਮਾਤਮਾ ਇੱਕ ਹੀ ਹੈ ਸਭ ਦਾ। ਜਿਹੜਾ ਵੀ ਕੋਈ ਆਸਤਿਕ ਬੰਦਾ ਰੱਬ 'ਤੇ ਵਿਸ਼ਵਾਸ ਰੱਖਦਾ, ਉਹਨੂੰ ਸਮਝਾਇਆ ਸਭ ਨੂੰ ਵੀ 2 3 4 5 7 ਰੱਬ ਨਹੀਂ ਹਨ। ਰੱਬ ਪਰਮਾਤਮਾ ਇੱਕ ਹੀ ਹੈ। ਉਸਨੇ ਹਿੰਦੂ ਨੂੰ, ਮੁਸਲਮਾਨ ਨੂੰ, ਈਸਾਈ ਨੂੰ, ਪਾਰਸੀ ਨੂੰ, ਜੈਨੀ, ਬੋਧੀ ਸਭ ਮਤਾਂ ਦੇ ਲੋਕਾਂ ਨੂੰ ਉਸੇ ਨੇ ਪੈਦਾ ਕੀਤਾ। ਉਹ ਇੱਕ ਹੀ ਹੈ ਅਤੇ ਜਿਹਦਾ ਮਤ ਹੀ ਅਦਵੈਤ ਹੈ। ਐਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਬਾਣੀ 'ਚ ਜਸ ਹੀ ਜਸ ਹੈ, ਵਾਹਿਗੁਰੂ ਦਾ ਸੱਚਾਈ ਹੀ ਸੱਚਾਈ ਹੈ। ਐਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨੀ, ਨਰਾਦਰ ਕਰਨਾ, ਇਹ ਕਿੰਨੀਆਂ ਬੁੱਧੀਆਂ ਭ੍ਰਿਸ਼ਟ ਹੋ ਚੁੱਕੀਆਂ ਕਲਯੁਗ ਦੇ ਸਮੇਂ 'ਚ ਲੋਕਾਂ ਦੀਆਂ। ਐਸਾ ਮਾੜਾ ਬੁਰਾ ਸਮਾਂ ਆ ਗਿਆ ਸੰਸਾਰ ਦੇ ਉੱਪਰ। ਇਹ ਕਰੋਪੀ ਸਮਝੋ ਪਰਮਾਤਮਾ ਦੀ, ਵੀ ਐਡੀਆਂ ਬੁੱਧੀਆਂ ਭ੍ਰਿਸ਼ਟ ਹੋ ਚੁੱਕੀਆਂ ਹਨ। ਜਾਨਵਰਾਂ ਪਸ਼ੂਆਂ ਤੋਂ ਵੀ ਲੋਕ ਭੈੜੇ ਬਣ ਗਏ ਨੇ। ਮੰਨਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਦੇ ਪਾਸ਼ਕ ਨਹੀਂ, ਇਸ਼ਟ ਨਹੀਂ ਤੁਹਾਡਾ, ਹੋਰ ਮਤ ਹੈ ਤੁਹਾਡਾ, ਪਰ ਪੁਰਾਤਨ ਸਮਿਆਂ 'ਚ ਕਦੇ ਕਿਸੇ ਧਰਮ ਗ੍ਰੰਥ ਦੀ ਦੂਜੇ ਮਤ ਦੇ ਬੰਦੇ ਨੇ ਬੇਅਦਬੀ ਨਹੀਂ ਸੀ ਕੀਤੀ। ਹਾਂ, ਔਰੰਗਜ਼ੇਬ ਵਰਗੇ ਮੁਸਲਮਾਨ ਬਾਦਸ਼ਾਹਾਂ ਨੇ ਸਨਾਤਨ ਮਤ ਦੇ ਮੰਦਰ ਢਾਏ ਸਨ। ਗਲਤ ਕੰਮ ਸੀ ਬਹੁਤ। ਔਰ ਕੁਝ ਲੋਕਾਂ ਦੇ ਇਤਰਾਜ਼ ਆਇਆ ਜਿਨ੍ਹਾਂ ਨੂੰ ਸਨਾਤਨੀ ਜਾਂ ਹਿੰਦੂ ਕਿਹਾ ਜਾਂਦਾ। ਨਾਮ ਦੇ ਹਿੰਦੂ ਨੇ, ਧਰਮ ਤਾਂ ਅਸਲ ਵਿੱਚ ਕੋਈ ਨਹੀਂ। ਔਰੰਗਜ਼ੇਬ ਵੀ ਧਰਮੀ ਨਹੀਂ ਸੀ, ਠੱਪਾ ਲੱਗਾ ਹੋਇਆ ਸੀ ਇਸਲਾਮ ਦਾ ਬੜਾ ਪੈਰੋਕਾਰ ਹੈ। ਅਤੇ ਇਸੇ ਤਰ੍ਹਾਂ ਉਹ ਸਨਾਤਨੀ ਵੀਰ ਰਾਜਨੀਤਿਕ ਜਿਹੜੇ ਲੋਕ, ਉਹਨਾਂ ਨੇ ਹਰਿਮੰਦਰ ਸਾਹਿਬ ਅਤੇ ਹੋਰ ਅਸਥਾਨਾਂ ਦੀ ਬੇਅਦਬੀ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 2500 ਸਰੂਪ ਅਗਨਿਕ ਭੇਟ ਹੋਏ। 47 ਤੋਂ ਲੈ ਕੇ ਹੁਣ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਅਤੇ ਸਿੱਖ ਕੌਮ ਦੀ ਬੇਅਦਬੀ ਕਰਦੇ ਅਤੇ ਕਤਲੇਆਮ ਕਰਦੇ ਚਲੇ ਆ ਰਹੇ ਨੇ। ਇਹ ਫਿਰਕਾ ਪ੍ਰਸਤੀ ਕਿਸੇ ਵੀ ਧਰਮ ਦੀ ਇਹ ਸੇਵਾ ਨਹੀਂ ਹੈ। ਇਹ ਮਤ ਸੋਚਿਆ ਜਾਏ ਵੀ ਜੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਉਹ ਖਿਲਾਫ ਨੇ ਅਤੇ ਆਪਣੇ ਕਿਸੇ ਧਰਮ ਦੀ ਉਹ ਸੇਵਾ ਕਰ ਰਹੇ ਨੇ, ਉਹ ਕਿਸੇ ਧਰਮ ਦੀ ਸੇਵਾ ਨਹੀਂ ਹੈ। ਧਰਮ ਤਾਂ ਇਨਸਾਨੀਅਤ ਸ਼ੁਭ ਗੁਣ ਸਿਖਾਉਂਦਾ ਹੈ, ਜਿਹੜਾ ਅਸਲ ਧਰਮ ਹੈ। ਕੋਈ ਵੀ ਧਰਮ ਦੂਜੇ ਧਰਮ ਦਾ ਨਰਾਦਰ ਕਰਨਾ ਨਹੀਂ ਸਿਖਾਉਂਦਾ। ਪਰ ਇਹ ਲੋਕ ਐਸੇ ਵਿਗੜ ਚੁੱਕੇ, ਬੁੱਧੀਆਂ ਭ੍ਰਿਸ਼ਟ ਨੇ ਨਾ, ਬੁੱਧੀਆਂ ਭ੍ਰਿਸ਼ਟ ਨੇ, ਪਸ਼ੂਆਂ ਤੋਂ ਵੀ ਭੈੜੇ ਲੋਕ ਹੋ ਚੁੱਕੇ ਨੇ। ਤਾਂ ਸਤਿਗੁਰੂ ਮਹਾਰਾਜ ਤਾਂ ਕਹਿ ਰਹੇ ਨੇ ਕਿ ਹਉ ਵਾਰੀ ਜਿਤ ਜਾਓ, ਜਿਤ ਸੋਹਿਲੈ ਸਦਾ ਸੁਖ ਹੋਏ। ਮੈਂ ਵਾਰਨੇ ਫੇਰਨੇ ਸਦਕੇ ਕੁਰਬਾਨ ਜਾਂਦਾ ਹਾਂ ਉਸ ਸੋਹਿਲੇ ਤੋਂ, ਉਸ ਜਸ ਦੇ ਗੀਤ ਤੋਂ। ਜਿਹੜਾ ਜਸ ਗਾਇਆ ਜਾ ਰਿਹਾ ਨਾ, ਵਾਹਿਗੁਰੂ ਦਾ ਨਾਮ, ਪਰਮਾਤਮਾ ਦੀ ਵਡਿਆਈ ਜਿੱਥੇ ਲਿਖੀ ਹੋਈ ਬੋਲੀ ਜਾ ਰਹੀ ਹੈ, ਜਿਹੜੇ ਬਚਨਾਂ 'ਚ ਪਰਮਾਤਮਾ ਦੀ ਸਿਫਤੋ ਸਿਫਾਤ ਹੈ, ਵਾਹਿਗੁਰੂ ਨੂੰ ਸਲਾਹਿਆ ਜਾ ਰਿਹਾ, ਜਸ ਗਾਇਆ ਜਾ ਰਿਹਾ, ਉਸ ਸ਼ਬਦ ਤੋਂ, ਉਸ ਬਚਨ ਤੋਂ, ਉਸ ਸੋਹਿਲੇ ਤੋਂ, ਉਸ ਗੀਤ ਤੋਂ ਮੈਂ ਬਲਿਹਾਰ ਕੁਰਬਾਨ ਜਾਵਾਂ, ਜਿਹਦੇ 'ਚ ਪਰਮਾਤਮਾ ਦਾ ਜਸ ਹੈ। ਜਿਨ੍ਹਾਂ ਬਚਨਾਂ 'ਚ ਵਾਹਿਗੁਰੂ ਦੀ ਵਡਿਆਈ ਹੈ, ਉਹਨਾਂ ਤੋਂ ਸਦਕੇ ਜਾਈਏ, ਕੁਰਬਾਨ ਜਾਈਏ। ਐਸੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾ ਰਹੇ। ਰਹਾਓ ਫਿਰ ਪ੍ਰਸ਼ਨ ਕਰੇ ਜਗਿਆਸੂ ਕਿ ਮਹਾਰਾਜ ਜੇ ਉਹਦਾ ਜਸ ਹੀ ਗਾਈ ਜਾਈਏ ਅਤੇ ਫਿਰ ਸਾਡੀ ਅਤੇ ਸਾਡੇ ਪਰਿਵਾਰ ਦੀ ਪਰਵਰਿਸ਼ ਕੌਣ ਕਰੇਗਾ ਜੀ? ਸਾਨੂੰ ਧੰਦਾ ਕਰਨਾ ਪੈਂਦਾ, ਧਨ ਕਮਾ ਕੇ ਲਿਆਉਣਾ ਪੈਂਦਾ, ਪਰਿਵਾਰ ਵੱਲ ਧਿਆਨ ਦੇਣਾ ਪੈਂਦਾ। ਅਤੇ ਜੇ ਅਸੀਂ ਇਹ ਸਾਰਾ ਕੁਝ ਛੱਡ ਦਈਏ, ਜੇ ਮਸਤ ਹੋ ਜਾਈਏ ਵਾਹਿਗੁਰੂ ਦਾ ਜਸ ਗਾਉਣ ਅਤੇ ਸੁਣਨ ਵਿੱਚ, ਅਤੇ ਫਿਰ ਮਹਾਰਾਜ ਇਹ ਸਾਰ ਸੰਭਾਲ ਸਾਡੀ ਕੌਣ ਕਰੇਗਾ? ਪਰਿਵਾਰ ਦੀ ਕੌਣ ਕਰੇਗਾ? ਫਿਰ ਤਾਂ ਭੁੱਖੇ ਮਰ ਜਾਵਾਂਗੇ। ਤਾਂ ਗੁਰੂ ਮਹਾਰਾਜ ਕਹਿੰਦੇ ਜਗਿਆਸੂ ਜਨ ਚਿੰਤਾ ਨਾ ਕਰ, ਨਿਤ ਨਿਤ ਜੀਅੜੇ ਸੰਭਾਲੀਅਨ। ਨਿਤ ਨਿਤ ਰੋਜ਼ ਰੋਜ਼ ਹੀ, ਹਰ ਦਿਨ ਪਰਮਾਤਮਾ ਅਕਾਲ ਪੁਰਖ, ਹੇ ਜੀਅੜੇ, ਹੇ ਜੀਵਾਤਮਾ, ਹੇ ਜੀਵ ਜਾਂ ਜੀਅੜੇ ਸਾਰੇ ਜਿਹੜੇ ਜੀਵ ਹਨ, ਉਹਨਾਂ ਦੇ ਤਾਈਂ ਵਾਹਿਗੁਰੂ ਜੀ ਸੰਭਾਲੀਅਨ। ਸਾਰਿਆਂ ਜੀਆਂ ਨੂੰ, ਸਾਰੇ ਜਿਹੜੇ ਜੀ ਜਨਤਾ ਹਨ ਉਹਨਾਂ ਨੂੰ ਸੰਭਾਲ ਰਿਹਾ ਹੈ। ਸੰਭਾਲੀਅਨ ਮਤਲਬ ਪਰਵਰਿਸ਼ ਕਰ ਰਿਹਾ ਹੈ, ਸਭਨਾਂ ਦੀ ਸਾਰ ਲੈ ਰਿਹਾ ਹੈ। ਦੇਖੇਗਾ ਦੇਵਨਹਾਰ, ਉਹ ਸਾਰਿਆਂ ਨੂੰ ਦਾਤਾਂ ਦੇਵਣ ਵਾਲਾ, ਦੇਵਨਹਾਰ ਦਾਤਾਰ ਕਿਤ ਮੁਖ ਸਲਾਹੀ ਹੈ।
ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਉਦੋਂ ਤੋਂ ਹੀ ਦਾਤਾਂ ਦਿੰਦਾ ਆ ਰਿਹਾ ਹੈ। ਦੇਦਾ ਦੇ ਲੈਂਦੇ ਥੱਕ ਪਾਹੇ, ਲੈਣ ਵਾਲੇ ਥੱਕ ਪੈਂਦੇ, ਰੱਬ ਤਾਂ ਨਹੀਂ ਥੱਕਦਾ ਦੇਣ ਤੋਂ। ਕਹਿੰਦੇ ਦੇਖੇਗਾ ਦੇਵਣਾ, ਤੇਰੇ ਵੱਲ ਵੀ ਵੇਖੇਗਾ, ਮਿਹਰ ਦੀ ਨਜ਼ਰ ਭਰ ਕੇ ਵੇਖਦਾ ਹੈ। ਪਿੱਛੇ ਵੇਖਦਾ ਸੀ, ਆਉਣ ਵਾਲੇ ਸਮੇਂ 'ਚ ਵੀ ਦੇਖੇਗਾ, ਮਤਲਬ ਧਿਆਨ ਦੇਵੇਗਾ, ਸੰਭਾਲ ਕਰੇਗਾ। ਦੇਵਨਹਾਰ ਪ੍ਰਮਾਤਮਾ ਤੇਰੇ ਵੱਲ ਵੀ ਵੇਖੇਗਾ, ਵੇਖਦਾ ਹੈ। ਉਹਦੀ ਨਜ਼ਰ ਤੋਂ ਬਾਹਰ ਤਾਂ ਤੂੰ ਨਹੀਂ। ਜਿੱਥੇ ਬਾਕੀ ਜੀਵ ਪ੍ਰਮਾਤਮਾ ਦੀ ਨਜ਼ਰ ਥੱਲੇ ਹਨ, ਉੱਥੇ ਤੂੰ ਵੀ ਪ੍ਰਮਾਤਮਾ ਦੀ ਨਜ਼ਰ ਥੱਲੇ ਹੀ ਹੈ। ਅਤੇ ਕੀ ਆਪਣੇ ਪਿਆਰਿਆਂ ਨੂੰ ਭੁੱਖੇ ਮਰਨ ਦੇਵੇਗਾ? ਬਾਕੀ ਸਾਰਿਆਂ ਨੂੰ, ਨਾਸਤਕਾਂ ਨੂੰ ਵੀ ਦਿੰਦਾ। ਜਿਹੜੇ ਰੱਬ ਨੂੰ ਮੰਦਾ ਵੀ ਬੋਲਦੇ ਨੇ ਪ੍ਰਮਾਤਮਾ ਨੂੰ, ਉਹਨਾਂ ਨੂੰ ਵੀ ਰਿਜ਼ਕ ਦੇ ਹੀ ਜਾ ਰਿਹਾ। ਸੋ ਇਸ ਕਰਕੇ ਉਹ ਦੇਵਨਹਾਰ ਪ੍ਰਮਾਤਮਾ ਜ਼ਰੂਰ ਵੇਖੇਗਾ ਤੇਰੇ ਵੱਲ, ਤੇਰੀ ਸਾਰ ਸੰਭਾਲ ਕਰੇਗਾ। ਤੂੰ ਚਿੰਤਾ ਕਿਉਂ ਕਰਦਾ? ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਫਿਰ ਪ੍ਰਸ਼ਨ ਉੱਠਿਆ, ਮਹਾਰਾਜ ਕੁਛ ਉਹਨੂੰ ਦੇਣਾ ਪਏਗਾ, ਕੁਝ ਭੇਟਾ ਕਰਨਾ ਪਵੇਗਾ। ਕਿਹੜੀ ਕੀਮਤ ਦਿੱਤੀ ਜਾਏ ਜਿਸ ਕਰਕੇ ਉਹ ਸਾਰੀ ਸਾਰ ਸੰਭਾਲ ਕਰੇ? ਮਹਾਰਾਜ ਕਹਿੰਦੇ ਤੂੰ ਉਸ ਦਾਤੇ ਦੀ ਗੱਲ ਕਰਦਾ, ਤੇਰੇ ਪਾਸੋਂ ਤਾਂ ਵਾਹਿਗੁਰੂ ਦੇ ਦਿੱਤੇ ਹੋਏ ਦਾਨ ਦੀ ਕੀਮਤ ਨਹੀਂ ਪੈ ਸਕਦੀ। ਤੁਧ ਸਭ ਸੈਨੋ ਦਾਨ ਦਿੱਤਾ, ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਤੁਧ ਜੀਵੜ ਦਾਤਾਰ ਮੈਂ ਕੋ ਨਦਰ ਨਾ ਆਵਈ। ਤੁਧ ਜੀਵੜ ਤੂੰ ਹੈ ਹੋਈ, ਵਾਹਿਗੁਰੂ ਵਰਗਾ ਦਾਤਾਰ ਤਾਂ ਕੋਈ ਨਜ਼ਰੀ ਆਉਂਦਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਕਿ ਉਹ ਜੋ ਦਾਤਾ ਹੈ, ਉਸ ਦੇ ਜਿਹੜੇ ਦਿੱਤੇ ਹੋਏ ਜੀਆਂ ਨੂੰ ਦਾਨ ਹਨ, ਜਿਹੜੀਆਂ ਉਸ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਹਨ, ਕਦੋਂ ਤੋਂ ਲੈ ਕੇ ਸਤਿਯੁਗ ਤੋਂ ਲੈ ਕੇ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ, ਦਾਨ ਦਿੰਦਾ ਆ ਰਿਹਾ ਸਾਰੀ ਸ੍ਰਿਸ਼ਟੀ ਦੇ ਜੀਆਂ ਨੂੰ। ਕਿੰਨੇ ਭੰਡਾਰੇ ਬਖਸ਼ੇ ਧਰਤੀ ਦੇ ਵਿੱਚ, ਜਿਹੜੇ ਖਾਣਾ ਪੁੱਟ ਕੇ ਖਜ਼ਾਨੇ ਲੱਭੇ ਮਨੁੱਖ ਨੇ, ਇਹ ਕਿਹਨੇ ਪੈਦਾ ਕੀਤੇ ਨੇ? ਸੋਨਾ ਹੈ, ਚਾਂਦੀ ਹੈ, ਕੋਲਾ ਹੈ, ਲੋਹਾ ਹੈ, ਅਨਾਜ ਵੰਨ ਸਵੰਨਾ ਉਗਦਾ ਹੈ। ਇਹ ਸਾਰਾ ਦਾਨ ਵਾਹਿਗੁਰੂ ਦਾ ਹੀ ਹੈ। ਤੇਰੇ ਪਾਸੋਂ ਤਾਂ ਵਾਹਿਗੁਰੂ ਦੇ ਇਸ ਦਾਨ ਦੀ ਕੀਮਤ ਨਹੀਂ ਪੈ ਸਕਦੀ, ਉਹਦੇ ਪੈਦਾ ਕੀਤੇ ਪਦਾਰਥਾਂ ਦੀ ਕੀਮਤ ਨਹੀਂ ਪੈ ਸਕਦੀ। ਤਿਸ ਦਾਤੇ ਕਵਣ ਸੁਮਾਰ। ਅਤੇ ਉਹ ਜਿਹੜਾ ਦਾਨ ਦੇਣ ਵਾਲਾ ਦਾਤਾ ਹੈ, ਉਸ ਦਾਤੇ ਦੀ ਬੇਅੰਤ ਹੈ। ਉਹਦਾ ਕੀ ਸ਼ੁਮਾਰ ਆ, ਉਹਦੀ ਕੀ ਗਿਣਤੀ ਕਰੀਏ? ਉਹਦਾ ਲੇਖਾ ਕੀ ਕਰ ਸਕਦਾ ਤੂੰ? ਪਰਮਾਤਮਾ ਕਿਸ ਕਰਕੇ ਮਿਲਦਾ, ਕਿਵੇਂ ਸੰਭਾਲ ਕਰਦਾ, ਉਹਨੂੰ ਕੀ ਦੇ ਦਈਏ? ਕਿਸੇ ਨੇ ਕੀ ਦੇਣਾ ਭਾਈ? ਉਸ ਦਾਤੇ ਦਾ ਅੰਤ ਨਹੀਂ ਹੈ, ਉਹਦਾ ਕੋਈ ਸ਼ੁਮਾਰ ਨਹੀਂ, ਕੋਈ ਗਿਣਤੀ ਮਿਣਤੀ, ਹਿਸਾਬ ਕਿਤਾਬ, ਲੇਖਾ ਜੋਖਾ ਨਹੀਂ ਹੈ। ਫਿਰ ਗੁਰੂ ਮਹਾਰਾਜ ਕਹਿੰਦੇ ਨੇ ਕਿ ਇੰਜ ਕਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਇੰਜ ਕਰੋ ਗੁਰਸਿੱਖ ਪਿਆਰਿਓ, ਜਦੋਂ ਕੋਈ ਲੜਕੀ, ਕੋਈ ਕਾਕੀ ਬੱਚੀ ਦਾ ਵਿਆਹ ਰੱਖਣਾ ਹੁੰਦਾ ਨਾ, ਵਿਆਹ ਕਰਨਾ ਹੁੰਦਾ ਮਾਪਿਆਂ ਨੇ, ਤਾਂ ਉਸ ਦੇ ਵਿਆਹ ਦਾ ਸਮਾਂ, ਉਹਦੀ ਮੰਗਣੀ ਤੋਂ ਬਾਅਦ ਵਿਆਹ ਦਾ ਸਮਾਂ ਮੁਕਰਰ ਕੀਤਾ ਜਾਂਦਾ ਹੈ। ਫਲਾਣੇ ਸਾਲ ਨੂੰ ਅਤੇ ਫਲਾਣੇ ਦਿਨ ਨੂੰ। ਸਾਹਾ ਨਾਮ ਦਿਨ ਦਾ, ਸੰਬਤ ਨਾਮ ਸਾਲ ਦਾ ਹੈ। ਫਲਾਣੇ ਸਾਲ ਨੂੰ ਅਤੇ ਫਲਾਣੇ ਦਿਨ ਨੂੰ ਮਿਥ ਲਿਆ ਜਾਂਦਾ ਸਮਾਂ ਕਿ ਉਸ ਦਿਨ ਇਹਦਾ ਵਿਆਹ ਕੀਤਾ ਜਾਏ। ਅਤੇ ਉਸ ਮਿਥੇ ਹੋਏ ਸਮੇਂ 'ਤੇ ਜਿਹੜਾ ਵਰ ਲਾੜਾ ਬਰਾਤ ਲੈ ਕੇ ਆ ਢੁੱਕਦਾ, ਅਤੇ ਯਤਨ ਹੁੰਦਾ ਲੜਕੀ ਵਾਲੇ ਪਰਿਵਾਰ ਦਾ ਕਿ ਐਨ ਮੌਕੇ ਸਿਰ ਸਮੇਂ ਅਨੁਸਾਰ ਇਹ ਸਾਰੇ ਕੰਮ ਹੋ ਜਾਣ। ਵਿਆਹ ਆਦਿਕ ਦੇ ਐਨ ਸਮੇਂ ਅਨੁਸਾਰ ਲਾਵਾਂ ਫੇਰੇ ਕਰ ਦਿੱਤੇ ਜਾਂਦੇ ਨੇ, ਲੜਕੀ ਨੂੰ ਤੋਰਿਆ ਜਾਂਦਾ ਹੈ। ਅਤੇ ਉਸ ਵੇਲੇ ਜਦੋਂ ਬਰਾਤ ਆ ਚੁੱਕੀ ਹੁੰਦੀ ਹੈ, ਅਤੇ ਉਸ ਵੇਲੇ ਜਾਂ ਪਹਿਲਾਂ ਮਾਈਏ ਪਾਇਆ ਜਾਂਦਾ ਲੜਕੀ ਨੂੰ, ਅਤੇ ਮਾਈਏ ਜਦੋਂ ਪਾਇਆ ਜਾਂਦਾ ਉਹਦੇ ਸਿਰ 'ਚ ਤੇਲ ਆਦਿਕ ਇਸ਼ਨਾਨ ਕਰਾ ਕੇ ਤੇਲ ਆਦਿਕ ਉਹਦੇ ਸਿਰ 'ਚ ਪਾਇਆ ਜਾਂਦਾ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਵਿਆਹ ਦਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾ ਰਹੇ ਨੇ ਭਈ ਜਦੋਂ ਇਹ ਜੀਵ ਦਾ ਜਨਮ ਹੋਇਆ, ਇਹਨੇ ਸਰੀਰ ਧਾਰਨ ਕੀਤਾ, ਅਤੇ ਇਹਦੇ ਇਸ ਦੁਨੀਆ ਤੋਂ, ਇਸ ਪੇਕੇ ਘਰ ਮਾਤ ਲੋਕ ਤੋਂ ਸਹੁਰੇ ਘਰ ਪ੍ਰਲੋਕ ਨੂੰ ਜਾਣ ਦਾ ਜਿਹੜਾ ਸਾਲ ਹੈ ਅਤੇ ਦਿਨ ਹੈ, ਉਹ ਪਹਿਲਾਂ ਹੀ ਵਾਹਿਗੁਰੂ ਨੇ ਮੁਕਰਰ ਕੀਤਾ ਹੋਇਆ। ਜਿਵੇਂ ਫਰੀਦ ਜੀ ਨੇ ਕਿਹਾ, ਜਿੱਤ ਦਿਹਾੜਾ ਧਨ ਵਰੀ, ਧਨ ਇਸਤਰੀ ਵਰੀ ਵਿਆਹੀ ਜਾਂਦੀ ਹੈ। ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ, ਮੂੰਹ ਦੇ ਖਾਲੇ ਆਏ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀ ਜੋਲ ਕਹਿ ਗਲ ਲੱਗੈ ਧਾਏ। ਵਾਲਹੁ ਨਿੱਕੀ ਪੁਰ ਸਲਾਤ ਕੰਨੀ ਨਾ ਸੁਣੀ ਆਏ,
ਫਰੀਦਾ ਕਿਹੜੀ ਪਵੰਦੀ ਖੜਾ ਨਾ ਆਪ ਮੁਹਾਏ। ਕਹਿੰਦੇ ਭਾਈ ਤੇਰੇ ਕੰਨਾਂ 'ਚ ਆਵਾਜ਼ਾਂ ਪੈ ਰਹੀਆਂ, ਅੱਖਾਂ ਨਾਲ ਵੇਖ ਰਿਹਾ ਵੀ ਲੋਕ ਜਾ ਰਹੇ ਨੇ ਵਿਆਹ ਕਰ ਕਰਕੇ ਪ੍ਰਲੋਕ ਰੂਪੀ ਸਹੁਰੇ ਘਰ ਨੂੰ, ਹੋਰ ਜੀਵ ਰੂਪੀ ਇਸਤਰੀਆਂ ਜਾ ਰਹੀਆਂ, ਤੇ ਤੂੰ ਖਲੋਤਾ ਖਲੋਤਾ ਆਪਣਾ ਧਨ ਸ਼ੁਭ ਗੁਣਾ ਰੂਪੀ ਧਨ ਨਾ ਲਟਾਈ ਜਾ, ਤੂੰ ਵੀ ਜਾਣਾ ਹੀ। ਸਭਨਾ ਸਹੁਰਾ ਵੰਝਣਾ ਸਭ ਮੁਕਲਾਵਣ ਹਾਰ। ਸਹੁਰੇ ਘਰ ਪ੍ਰਲੋਕ ਵਿੱਚ ਤਾਂ ਸਭ ਨੇ ਜਾਣਾ ਹੀ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਸਮਾਂ ਚੇਤੇ ਰੱਖੋ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸਖੀਆਂ ਸਹੇਲੀਆਂ ਜਿਹੜੀਆਂ ਹਨ ਉਹਨਾਂ ਨੂੰ ਕਿਹਾ ਜਾਂਦਾ ਮਿਲ ਕੇ ਤੁਸੀਂ ਸਾਰੀਆਂ ਮੇਰੇ ਸਿਰ 'ਚ ਤੇਲ ਪਾਓ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਸਤਸੰਗੀ ਹਨ ਉਹਨਾਂ ਨੂੰ ਸਹੇਲੀਆਂ ਬਣਾ ਕੇ ਕਹੋ ਕਿ ਉਹ ਤੇਲ ਪਾਉਣ, ਭਾਵ ਮਿਲ ਕੇ ਸਾਰੇ ਮਾਈਏ ਪਾਉਣ, ਤੈਨੂੰ ਤੇਰੀ ਤਿਆਰੀ ਕਰਾਉਣ। ਸਾਰੇ ਮਿਲ ਕੇ ਸਤਸੰਗੀ ਸਾਡੇ 'ਚੋਂ ਸਭ ਨੇ ਵਾਰੀ ਵਾਰੀ ਵਿਆਹ ਜਾਣਾ ਨਾ, ਵਿਛੜ ਜਾਣਾ, ਤੇ ਫਿਰ ਉਦੋਂ ਤੇਲ ਪਾਇਆ ਜਾਂਦਾ। ਨਾਲ ਉਹ ਅਸੀਸਾਂ ਗਾਉਂਦੀਆਂ ਹਨ ਵੀ ਤੂੰ ਸੁਖੀ ਵਸੇ ਸੁਖੀ ਵਸੇ, ਤੇਰਾ ਸਹੁਰੇ ਘਰ 'ਚ ਜਸ ਹੋਵੇ, ਆਦਰ ਹੋਵੇ, ਤੈਨੂੰ ਤੱਤੀ ਵਾਹ ਨਾ ਲੱਗੇ। ਯਾਦ ਕਈ ਤਰ੍ਹਾਂ ਦੀਆਂ ਅਸੀਸਾਂ ਵੀ ਦਿੱਤੀਆਂ ਜਾਂਦੀਆਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਸਾਰੇ ਮਿਲ ਕੇ ਵਾਰੀ ਵਾਰੀ ਸਿਰ 'ਚ ਤੇਲ ਪਾਓ ਤੇ ਦੇਹੋ ਸੱਜਣ ਆਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ। ਸਾਰੇ ਇਹ ਸੱਜਣੋ ਮੈਨੂੰ ਅਸੀਸਾਂ ਦਿਓ, ਜਿਨ੍ਹਾਂ ਅਸੀਸਾਂ ਦੁਆਰਾ ਜਿਵੇਂ ਕਿਵੇਂ ਹੋ ਸਕਦਾ ਸਾਹਿਬ ਦੇ ਨਾਲ ਮੇਰਾ ਮਿਲਾਪ ਹੋ ਜਾਏ, ਪ੍ਰਮਾਤਮਾ ਨਾਲ ਮਿਲਾਪ ਹੋ ਜਾਏ। ਚਾਹੀਦਾ ਤਾਂ ਇਹ ਹੈ ਕਿ ਜਿੰਦ ਸਰੀਰ 'ਚੋਂ ਨਿਕਲੇ ਇਦੋਂ ਪਹਿਲਾਂ ਵਾਹਿਗੁਰੂ ਨਾਲ ਮਿਲਾਪ ਹੋਇਆ ਹੋਵੇ, ਤੇ ਫਿਰ ਸਹੁਰੇ ਘਰ ਵਿੱਚ ਸੁਖਪੂਰਵਕ ਵਸੇਬਾ ਹੋਵੇਗਾ। ਤੇ ਜੇ ਵਿਆਹ ਹੋਇਆ ਹੀ ਨਾ, ਮਿਲਾਪ ਹੋਇਆ ਹੀ ਨਾ, ਤੇ ਫਿਰ ਕਾਲ ਰੂਪੀ ਵਰ ਲਾੜਾ ਵਿਆਹ ਕੇ ਲੈ ਜਾਏਗਾ। ਜਿਵੇਂ ਕਿ ਦ੍ਰਿਸ਼ਟਾਂਤ ਵੀ ਦਿੰਦੇ ਨੇ ਵੀ ਇੱਕ ਰੁਕਮਣੀ ਸੀ ਦੁਆਪਰ ਯੁੱਗ ਵਿੱਚ। ਉਹ ਕ੍ਰਿਸ਼ਨ ਜੀ ਦੀ ਭਗਤਣੀ ਸੀ ਤੇ ਉਹ ਚਾਹੁੰਦੀ ਸੀ ਕ੍ਰਿਸ਼ਨ ਜੀ ਮੈਨੂੰ ਵਿਆਹ ਕੇ ਲੈ ਜਾਣ, ਪਰ ਉਹਦਾ ਭਰਾ ਸੀ ਰੁਕਮਈਆ, ਉਹਨੇ ਉਹਦੀ ਮੰਗਣੀ ਜ਼ਬਰਦਸਤੀ ਸਸਪਾਲ ਦੇ ਨਾਲ ਕਰ ਦਿੱਤੀ। ਤੇ ਫਿਰ ਸਸਪਾਲ ਉੱਧਰੋਂ ਵਿਆਹੁਣ ਆ ਗਿਆ ਤੇ ਫਿਰ ਕ੍ਰਿਸ਼ਨ ਜੀ ਜਿਹੜੇ ਸੀ ਉਹ ਲੈ ਗਏ ਸੀ ਰੁਕਮਣੀ ਨੂੰ। ਇਸੇ ਪ੍ਰਕਾਰ ਜਿਹੜੀ ਸਾਡੀ ਜਿੰਦ ਹੈ ਇਹ ਰੁਕਮਣੀ ਦੀ ਨਿਆਈ ਆ, ਤੇ ਅਗਿਆਨ ਜਿਹੜਾ ਸਾਨੂੰ ਚੰਬੜਿਆ ਹੋਇਆ ਰੁਕਮਈਆ ਭਰਾ ਇਸ ਜਿੰਦ ਦਾ, ਇਹ ਜ਼ਬਰਦਸਤੀ ਕਾਲ ਰੂਪੀ ਸਸਪਾਲ ਦੇ ਨਾਲ ਵਿਆਹੁਣਾ ਚਾਹੁੰਦਾ। ਪਰ ਜੇ ਸਾਡੀ ਜਿੰਦ ਰੂਪ ਰੁਕਮਣੀ ਅਕਾਲ ਪੁਰਖ ਪਰਮਾਤਮਾ ਦੀ ਭਗਤਣੀ ਬਣੀ ਹੋਵੇ ਤੇ ਫਿਰ ਜ਼ਬਰਦਸਤੀ ਇਹ ਉਹਦੇ ਨਾਲ ਨਹੀਂ ਵਿਆਹ ਕਰ ਸਕੇਗਾ, ਕਾਮਯਾਬ ਨਹੀਂ ਹੋਵੇਗਾ। ਅਗਿਆਨ ਇਹ ਜ਼ਬਰਦਸਤੀ ਨਹੀਂ ਕਰ ਸਕੇਗਾ ਤੇ ਫਿਰ ਕਾਲ ਵਰ ਲਾੜਾ ਬਣ ਕੇ ਸਾਨੂੰ ਵਿਆਹ ਕੇ ਨਹੀਂ ਲੈ ਜਾਏਗਾ। ਜਮਾਂ ਦੇ ਵਸ ਨਹੀਂ ਪਾ ਪਾਵਾਂਗੇ, ਟੇਢੀਆਂ ਮੇਢੀਆਂ ਜੂਨਾਂ 'ਚ ਨਹੀਂ ਪਾਵਾਂਗੇ, ਸਾਡੇ ਨਾਲ ਜ਼ਬਰਦਸਤੀ ਨਹੀਂ ਹੋਵੇਗੀ। ਫਿਰ ਇਸ ਪ੍ਰਕਾਰ ਆਪਣੀ ਇੱਛਾ ਮੁਤਾਬਕ ਜਿਹਨੂੰ ਅਸੀਂ ਵਰਨਾ ਚਾਹੁੰਦੇ ਹਾਂ, ਵਾਹਿਗੁਰੂ ਪਰਮਾਤਮਾ ਨਾਲ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ, ਉਹਦੇ ਨਾਲ ਹੋ ਜਾਏਗਾ ਤੇ ਸੁਹਾਗਵੰਤੀਆਂ ਦੀ ਨਿਆਈ ਸਦਾ ਵਾਸਤੇ ਸਾਡਾ ਮਿਲਾਪ ਹੋਇਆ ਰਹੇਗਾ। ਸੋ ਹਜ਼ੂਰ ਕਹਿੰਦੇ ਨੇ ਉਹ ਅਸੀਸਾਂ ਦਿਓ, ਪ੍ਰੀਤਮ ਕੀਆਂ ਦੇਹੋ ਅਸੀਸਾਂ। ਸੋ ਇਸ ਪ੍ਰਕਾਰ ਜਿਨ੍ਹਾਂ ਅਸੀਸਾਂ ਦੁਆਰਾ ਵਾਹਿਗੁਰੂ ਸਾਹਿਬ ਦੇ ਨਾਲ ਮਿਲਾਪ ਹੋ ਜਾਏ। ਘਰ ਘਰ ਇਹੋ ਪਾਹੁਚਾ ਸੱਦੜੇ ਨਿਤ ਪਵਨ। ਪਹੁੰਚਾ ਦਾ ਅਰਥ ਹੈ ਪਹੁੰਚਾ, ਵਿਆਹ ਦਾ ਸੱਦਾ ਪੱਤਰ, ਚਿੱਠੀ ਲਿਖੀ ਹੋਈ। ਹਜ਼ੂਰ ਕਹਿੰਦੇ ਨੇ ਘਰ ਘਰ ਦੇ ਵਿੱਚ ਇਹੋ ਹੀ ਸੱਦੇ ਪਹੁੰਚ ਰਹੇ ਨੇ। ਸੱਦੜੇ ਨਿਤ ਪਵਨ, ਨਿਤ ਹੀ ਸੱਦੇ ਪੈਂਦੇ ਪਏ ਨੇ। ਜਿਵੇਂ ਫਰੀਦ ਨੇ ਕਿਹਾ, ਫਰੀਦਾ ਗੂਰ ਨਿਮਾਣੀ ਛੱਡ ਕਰੇ। ਇਹ ਫਰੀਦ ਜਿਹੜੀ ਨਿਮਾਣੀ ਨੀਵੀਂ ਕਬਰ ਹੈ ਨਾ, ਉਹ ਵੀ ਨਿਤ ਸੱਦੇ ਦਿੰਦੀ ਆ, ਛੱਡ ਕਰੇ ਆਵਾਜ਼ਾਂ ਮਾਰਦੀ ਆ। ਨਿਕਰਿਆ ਘਰ ਆਓ। ਇਹ ਜੀ ਭਾਵੇਂ ਬੜੇ ਬੜੇ ਵੱਡੇ ਤੂੰ ਮਹੱਲ ਬਣਾਇਆ, ਪਰ ਹੈ ਤੂੰ ਨਿਕਰਾ ਹੀ, ਤੇਰਾ ਘਰ ਕੋਈ ਨਹੀਂ। ਹੇ ਨਿਕਰੇ ਵਿਅਕਤੀ, ਮੈਂ ਕਬਰ ਰੂਪੀ ਘਰ ਦੇ ਵਿੱਚ ਤੂੰ ਆ ਜਾ, ਪਹਿਲਾਂ ਹੀ ਜੀਵਤ ਭਾਵ ਤੋਂ ਮਰ ਜਾ। ਜੇ ਨਹੀਂ ਇੰਜ ਕਰਦਾ ਤੇ ਸਰਪੁਰ ਮੈਥਾ ਆਵਣਾ। ਸਰਪੁਰ ਜਦੋਂ ਕਦੋਂ ਜ਼ਰੂਰ ਬਰ ਜ਼ਰੂਰ ਤੇਰੀ ਉਮਰ ਪੂਰੀ ਹੋਈ ਤੇ ਮੈਂ ਕਬਰ ਰੂਪੀ ਥਾਂ 'ਚ ਹੀ ਤੂੰ ਆਉਣਾ, ਮੇਰੇ ਵਿੱਚ ਹੀ ਆ ਕੇ ਤੂੰ ਸਮਾਉਣਾ। ਮਰਨੋਂ ਨਾ ਡਰਿਆ ਹੋ, ਇਸ ਕਰਕੇ ਪਹਿਲਾਂ ਜੀਵਤ ਭਾਵ ਤੋਂ ਮਰ ਜਾ, ਮਰਨੋਂ ਡਰ ਨਾ। ਮਰੇਗਾ ਤਾਂ ਸਹੀ ਨਾ। ਇਹ ਸਰੀਰ ਨੂੰ ਆਪਣਾ ਰੂਪ ਮੰਨਿਆ ਤੇ ਮਰਨਾ ਨਹੀਂ ਚਾਹੁੰਦਾ, ਪਰ ਇਸ ਸਰੀਰ ਵੱਲੋਂ ਪਹਿਲਾਂ ਹੀ ਮਰ ਜਾ। ਇਹਨੂੰ ਮੁਰਦਾ ਹੀ ਸਮਝ ਲੈ, ਇਹਦੀ ਕੋਈ ਪਾਇਆ ਨਹੀਂ ਹੈ। ਇਹਦਾ ਹੰਕਾਰ ਦੇਹ ਦਾ ਛੱਡ ਦੇ, ਦੇਹ ਦੇ ਆਸ ਤਿਆਗ ਦੇ। ਸੋ ਇਸ ਪ੍ਰਕਾਰ ਕਹਿੰਦੇ ਘਰ ਘਰ ਵਿੱਚ ਇਹੋ ਹੀ ਪਹੁੰਚੇ ਆ ਰਹੇ ਨੇ, ਨਿਤ ਸੱਦੇ ਪੈ ਰਹੇ ਨੇ ਕਿ
ਸਾਨੂੰ ਪਤਾ ਲੱਗ ਰਿਹਾ ਹਰੇਕ ਘਰ ਦੇ ਵਿੱਚੋਂ ਕਦੇ ਕੋਈ ਬਿਨਸ ਗਿਆ, ਕਿਸੇ ਘਰ ਚੋਂ ਕਦੇ ਕੋਈ ਬਿਨਸ ਗਿਆ, ਕਦੇ ਕੋਈ ਸਰੀਰ ਬਿਨਸ ਗਿਆ, ਸਰੀਰ ਮਰਦੇ ਪਏ ਨੇ। ਤੇ ਸੱਦਣਹਾਰਾ ਸਿਮਰੀ ਆ ਜਿਹਨੇ ਸਾਨੂੰ ਭੇਜਿਆ ਇਸ ਮਾਤ ਲੋਕ ਤੇ ਪੇਕੇ ਘਰ 'ਚ ਇਸ ਦੁਨੀਆ ਵਿੱਚ ਭੇਜਿਆ, ਉਹ ਜੋ ਸਾਨੂੰ ਫਿਰ ਰੂਹਾਂ ਨੂੰ ਜੀਵ ਰੂਪ ਇਸਤਰੀਆਂ ਨੂੰ ਸੱਦਣ ਵਾਲਾ ਸੱਦਣਹਾਰਾ ਵਾਹਿਗੁਰੂ, ਉਹਦਾ ਸਿਮਰਨ ਕਰਨਾ ਚਾਹੀਦਾ, ਉਹਦੀ ਯਾਦ ਵਿੱਚ ਜੁੜੇ ਰਹਿਣਾ ਚਾਹੀਦਾ ਪਹਿਲਾਂ ਜਿਉਂਦਿਆਂ ਹੀ। ਨਾਨਕ ਸੇ ਦੇਹ ਆਵੰਨ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਉਹ ਜਿਹੜੇ ਦਿਨ ਹਨ ਨਾ, ਸੇ ਦੇ ਉਹ ਦਿਨ ਸਾਡੇ ਜਿਹੜੇ ਲਿਖੇ ਹੋਏ ਨੇ, ਜਿਸ ਦਿਨ ਸਾਡਾ ਵਿਆਹ ਹੋਣਾ, ਭਾਵ ਇੱਥੋਂ ਜਾਣਾ ਦੁਨੀਆ ਤੋਂ, ਵਿਆਹਿਆ ਹੋ ਕੇ ਪਰਲੋਕ ਰੂਪੀ ਸਹੁਰੇ ਘਰ ਜਾਣਾ, ਉਹ ਦਿਨ ਆਵੰਨ ਆਉਂਦੇ ਪਏ ਨੇ। ਦਿਨ ਨੇੜਾ ਆਇਆ ਸੋਏ ਹਜ਼ੂਰ ਨੇ ਕਿਹਾ। ਉਹ ਜਿਹੜਾ ਦਿਨ ਹੈ ਨਾ ਸਰੀਰ ਦੀ ਮੌਤ ਦਾ, ਉਹ ਬਿਲਕੁਲ ਸਾਡੇ ਨੇੜੇ ਆ ਚੁੱਕਾ, ਔਰ ਬਿਲਕੁਲ ਮੌਤ ਨੂੰ ਸਰਾਣੇ ਖਲੋਤੀ ਸਮਝਣਾ ਚਾਹੀਦਾ। ਜਿਵੇਂ ਜਗ ਕਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜਰਾਇਲ ਗਿਰਫਤ। ਇੰਝ ਸਮਝਣਾ ਚਾਹੀਦਾ ਕਿ ਮੇਰੇ ਸਿਰ ਦੇ ਕੇਸ ਮੌਤ ਦੇ ਫਰਿਸ਼ਤੇ ਅਜਰਾਇਲ ਨੇ ਫੜੇ ਹੋਏ ਨੇ, ਸਿਰਫ ਉਹ ਉਡੀਕ ਕਰ ਰਿਹਾ ਮੇਰੇ ਸਵਾਸਾਂ ਦੀ ਕਦੋਂ ਪੂਰੇ ਹੋਣ ਤੇ ਮੈਨੂੰ ਲੈ ਜਾਏ। ਇਸ ਪ੍ਰਕਾਰ ਦੀ ਭਾਵਨਾ ਅੰਦਰ ਮਰਨ ਚੇਤੇ ਰੱਖੇਗਾ ਤੇ ਫਿਰ ਹੀ ਵਾਹਿਗੁਰੂ ਨੂੰ ਚੇਤੇ ਰੱਖੇਗਾ। ਕਾਲ ਤੇ ਅਕਾਲ, ਆਪਣੇ ਸਰੀਰ ਦੇ ਕਾਲ ਦਾ, ਮੌਤ ਦਾ ਚੇਤਾ ਰਹੇਗਾ ਤਾਂ ਅਕਾਲ ਨੂੰ ਜਪੇਗਾ। ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜਿਆ ਲੈ ਜਾਏ। ਸਾਰਿਆਂ ਨੂੰ ਮਰਦਿਆਂ ਵੇਖ ਕੇ ਵੀ ਜਗਤ ਦੇ ਕਿਸੇ ਜੀਵ ਨੂੰ ਸਰੀਰਕ ਮੌਤ ਚੰਗੀ ਨਹੀਂ ਲੱਗ ਰਹੀ। ਉਹ ਭਗਤ ਜਨ ਨੇ ਕਬੀਰ ਜੀ ਵਰਗੇ, ਜਿਹੜੇ ਮੌਤ ਨੂੰ ਵੀ ਵਿਆਹ ਦੱਸਦੇ ਨੇ। ਬਾਬਾ ਕੀਰਤਨ ਸਿੰਘ ਸਾਹਿਬ, ਬਾਬਾ ਬਕਾਲਾ ਸਾਹਿਬ ਰਹਿੰਦੇ ਸਨ, ਤੇ ਸਰੀਰ ਤਿਆਗਣ ਤੋਂ ਪਹਿਲਾਂ ਉਹਨਾਂ ਦਾ ਸਰੀਰ ਕੁਛ ਢਿੱਲਾ ਹੋਇਆ ਤੇ ਕੱਕੜ ਹਸਪਤਾਲ ਅੰਮ੍ਰਿਤਸਰ ਸਾਹਿਬ ਬਾਬਾ ਠਾਕੁਰ ਸਿੰਘ ਜੀ ਉਹਨਾਂ ਨੂੰ ਮਿਲਣ ਵਾਸਤੇ ਗਏ। ਤੇ ਉਹਨਾਂ ਨੇ ਇੱਕ ਭੁਜੰਗੀ ਸਿੰਘ ਭਾਈ ਨਿਸ਼ਾਨ ਸਿੰਘ ਇਸ਼ਾਰਾ ਕੀਤਾ, ਨੇੜੇ ਗਿਆ ਤੇ ਕਹਿਣ ਲੱਗੇ, ਹੋਇਆ ਮੈਨੂੰ ਕੁਛ ਨਹੀਂ, ਸੱਦਾ ਆ ਗਿਆ ਤੇ ਮੇਰਾ ਵਿਆਹ ਥੋੜ੍ਹੇ ਦਿਨਾਂ ਨੂੰ, ਉੱਥੇ ਮੇਰੇ ਵਿਆਹ ਤੇ ਬਾਬਾ ਬਕਾਲਾ ਸਾਹਿਬ ਸਾਰੇ ਤੁਸੀਂ ਪਹੁੰਚਿਓ, ਬਾਬਾ ਜੀ ਨੂੰ ਲੈ ਕੇ ਪਹੁੰਚਿਓ। ਤੇ ਬਾਬਾ ਜੀ ਕਹਿਣ ਲੱਗੇ ਵੀ ਕੀ ਕਹਿੰਦੇ ਨੇ? ਤੇ ਬਾਬਾ ਜੀ ਨੂੰ ਦੱਸਿਆ ਵੀ ਬਾਬਾ ਜੀ ਵਿਆਹ ਦੱਸਦੇ, ਇੰਝ ਕਿਹਾ ਉਹਨਾਂ ਨੇ। ਤੇ ਬਾਬਾ ਜੀ ਕਹਿਣ ਲੱਗੇ ਕੀਰਤਨ ਸਿੰਘ ਕਾਹਲਾ ਪੈ ਗਿਆ? ਕਹਿੰਦੇ ਨਹੀਂ ਜੀ, ਸੰਬਤ ਸਾਹਾ ਲਿਖਿਆ, ਸਾਹੇ ਦਾ ਦਿਨ ਨੇੜੇ ਆ ਗਿਆ ਜੀ, ਸੱਦਾ ਆ ਗਿਆ ਤੇ ਹੁਣ ਤਾਂ ਜਾਣਾ ਹੀ ਹੈ। ਸੋ ਇਸ ਪ੍ਰਕਾਰ ਉਹ ਘਰ ਘਰ ਇਹੋ ਪਹੁੰਚਿਆ। ਅਸੀਂ ਘਬਰਾ ਜਾਂਦੇ ਹਾਂ, ਗਮਰੁੱਠ ਹੋ ਜਾਂਦੇ, ਕਿਸੇ ਨੂੰ ਕੋਈ ਬਿਮਾਰੀ ਲੱਗ ਜੇ, ਡਾਕਟਰ ਵੈਦ ਦੱਸ ਦੇਣ ਵੀ ਬਹੁਤੇ ਦਿਨ ਤੂੰ ਜਿਉਂਦਾ ਨਹੀਂ ਰਹਿਣਾ, ਉਹ ਘਬਰਾ ਜਾਏਗਾ। ਅੱਧਾ ਬੰਦਾ ਉਂਝ ਹੀ ਮਰ ਜਾਂਦਾ ਇਹ ਗੱਲ ਸੁਣ ਕੇ ਵੀ ਮੇਰੀ ਮੌਤ ਹੋਣ ਵਾਲੀ, ਕਿਉਂਕਿ ਸਰੀਰ ਨੂੰ ਆਪਣਾ ਰੂਪ ਜੀ ਮੰਨਿਆ। ਤੇ ਜਿਨ੍ਹਾਂ ਨੇ ਨਹੀਂ ਮੰਨਿਆ ਉਹਨਾਂ ਨੂੰ ਫਿਕਰ ਨਹੀਂ, ਕੋਈ ਡਰ ਕੋਈ ਨਹੀਂ, ਪਤਾ ਵੀ ਜਾਣਾ ਹੀ ਆ। ਸੋ ਇਸ ਪ੍ਰਕਾਰ ਉਹ ਇਸ ਦੁਨੀਆ ਨਾਲ ਨੇਹ ਨਹੀਂ ਆ। ਜਿਹਦੇ ਨਾਲ ਲਗਾਅ ਹੋਵੇ ਉਹ ਤੋਂ ਵਿਛੜਦਿਆਂ ਦੁੱਖ ਹੁੰਦਾ, ਤੇ ਜਿਹਦਾ ਲਗਾਅ ਹੀ ਨਹੀਂ ਸੰਸਾਰ ਨਾਲ, ਉਹਨੂੰ ਵਿਛੜਦਿਆਂ ਦੁੱਖ ਕਾਹਦਾ ਹੋਏਗਾ? ਉਹ ਤਾਂ ਪਹਿਲਾਂ ਬੈਰਾਗ ਵਿੱਚ ਹੈ। ਭਾਈ ਅਵਤਾਰ ਸਿੰਘ ਜੀ ਸਨ ਦਿੱਲੀ ਵਾਲੇ, ਰਾਗੀ ਸਿੰਘ, ਬਹੁਤ ਮਨੋਹਰ ਕੀਰਤਨ ਕਰਨ ਵਾਲੇ। ਬਾਬਾ ਠਾਕੁਰ ਸਿੰਘ ਜੀ ਉਹਨਾਂ ਦਾ ਕੀਰਤਨ ਬਹੁਤ ਪਸੰਦ ਕਰਦੇ ਸਨ। ਤੇ ਉਹਨਾਂ ਨੂੰ ਦੱਸ ਦਿੱਤਾ ਡਾਕਟਰਾਂ ਨੇ ਵੀ ਕੈਂਸਰ ਹੈ ਤੁਹਾਨੂੰ, ਤੇ ਉਹਨਾਂ ਨੇ ਆਪਣੇ ਕੋਲੋਂ ਮਾਇਆ ਖਰਚ ਕੇ ਬਹੁਤ ਵੱਡਾ ਕੀਰਤਨ ਦਰਬਾਰ ਕਰਾਇਆ ਸੀ। ਸੋ ਇਸ ਪ੍ਰਕਾਰ 6 ਮਹੀਨੇ ਉਹ ਰਹੇ ਸਰੀਰਕ ਤੌਰ 'ਤੇ, ਤੇ ਇੰਝ ਹੀ ਸਰੀਰ ਤਿਆਗ ਗਏ, ਚਲੇ ਗਏ। ਉਹਨਾਂ ਨੂੰ ਕੋਈ ਚਿੰਤਾ ਨਹੀਂ ਸੀ। ਇੱਕ ਬਚਨ ਯਾਦ ਆਇਆ, ਇੱਕ ਭਾਈ ਵੀਰ ਸਿੰਘ ਡਾਕਟਰ ਸਾਹਿਬ ਜੀ ਦੀ ਧਰਮ ਦੇ ਭੈਣ ਜੀ ਸਨ, ਤੇ ਉਸ ਬੀਬੀ ਦੀ ਬੱਚੀ ਸੀ ਜਿਹਦਾ ਨਾਂ ਸੀ ਰੱਖਾਂ। ਉਹ ਕੁਝ ਸੂਧੇ ਸੁਭਾਅ ਦੀ ਸੀ, ਦੁਨੀਆਦਾਰੀ ਦੀ ਸੋਝੀ ਘੱਟ ਸੀ, ਮਸਤਾਨੀ ਦਵਾਨੀ ਬਿਰਤੀ ਵਾਲੀ ਸੀ। ਤੇ ਉਹਨੂੰ ਇੱਕ ਐਸੀ ਬਿਮਾਰੀ ਲੱਗ ਗਈ, ਡਾਕਟਰਾਂ ਦੱਸ ਦਿੱਤਾ ਕਿ ਇਹ ਬਹੁਤਾ ਸਮਾਂ ਜਿਉਂਦੀ ਨਹੀਂ ਰਹੇਗੀ। ਉਹ ਬੀਬੀ ਜੀ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਕੋਲ ਆਏ ਕਿ ਭਾਈ ਸਾਹਿਬ ਜੀ ਡਾਕਟਰਾਂ ਇੰਝ ਦੱਸਿਆ ਤੇ ਮੇਰਾ ਹੀਆ ਨਹੀਂ ਪੈ ਰਿਹਾ, ਮੈਂ ਬੱਚੀ ਨੂੰ ਕਿਵੇਂ ਦੱਸਾਂ? ਤੇ ਮੈਂ ਚਾਹੁੰਦੀ ਹਾਂ ਵੀ ਉਹਦੀ ਕਲਿਆਣ ਹੋ ਜਾਏ। ਜਾਣਾ ਤਾਂ ਹੈ ਹੀ ਇਸ ਸੰਸਾਰ ਤੋਂ, ਸਭ ਨੇ ਉਹਦੇ ਕਰਮਾਂ ਅਨੁਸਾਰ ਇੰਨੀ ਕੀ ਉਮਰ ਹੋਵੇਗੀ, ਇਹ ਮੈਨੂੰ ਕੋਈ ਗਮ ਨਹੀਂ ਕਿ ਉਹ ਚਲੀ ਜਾ ਰਹੀ ਹੈ, ਪਰ ਉਸ ਵਿਚਾਰੀ ਦਾ ਭਲਾ ਹੋ ਜਾਏ ਕਿਸ ਤਰ੍ਹਾਂ। ਤਾਂ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਅਸੀਂ ਤੁਹਾਡੇ ਘਰ ਆਵਾਂਗੇ। ਫਿਰ ਭਾਈ ਵੀਰ ਸਿੰਘ ਜੀ ਗਏ ਉਸ ਬੱਚੀ ਦੇ ਕੋਲ ਬੈਠ ਕੇ ਬੜੇ ਪ੍ਰੇਮ ਦੇ ਨਾਲ ਕਿਹਾ, ਬੇਟੀ ਰੱਖਾਂ, ਅਸੀਂ ਇੱਕ ਸਲਾਹ ਕੀਤੀ ਹੈ
ਤੇਰੇ ਮਾਤਾ ਜੀ ਨਾਲ ਮੈਂ ਸਲਾਹ ਕੀਤੀ ਆ। ਕਹਿਣ ਲੱਗੀ ਮਾਮਾ ਜੀ ਦੱਸੋ। ਕਹਿਣ ਲੱਗੀ ਤੈਨੂੰ ਬੇਟਾ ਅਸੀਂ ਕਿਸੇ ਹੋਰ ਦੇਸ਼ ਭੇਜਣਾ, ਤੈਨੂੰ ਵਲਾਇਤ ਵਿੱਚ ਭੇਜਣਾ। ਵਲਾਇਤ ਬਗਾਨੇ ਦੇਸ਼ ਨੂੰ ਕਹਿੰਦੇ ਨੇ ਜਿਹੜਾ ਬੜਾ ਜਿੱਥੇ ਸੁੱਖ ਹੋਵੇ। ਵਲਾਇਤ ਰੂਮ ਨੂੰ ਵੀ ਕਿਹਾ ਜਾਂਦਾ ਸੀ, ਹੁਣ ਇੰਗਲੈਂਡ ਨੂੰ ਕਿਹਾ ਜਾਂਦਾ। ਇਸ ਤਰ੍ਹਾਂ ਜਿੱਥੇ ਬੜੇ ਸੁੱਖ ਦੇ ਸਮਾਨ ਹੋਣ ਅਤੇ ਬਗਾਨਾ ਦੇਸ਼ ਹੋਵੇ ਤਾਂ ਕਿਹਾ ਤੈਨੂੰ ਵਲਾਇਤ ਭੇਜ ਦਈਏ। ਕਹਿਣ ਲੱਗੇ ਜੀ 7 ਵਜਨ ਮੈਨੂੰ ਇਕੱਲੀ ਨੂੰ ਭੇਜੋਗੇ? ਕਹਿੰਦੇ ਹਾਂ ਬੇਟਾ ਉੱਥੇ ਨਾ ਤੈਨੂੰ ਇਕੱਲੀ ਨੂੰ ਭੇਜਣਾ, ਪਹਿਲਾਂ ਤੂੰ ਉੱਥੇ ਜਾ ਕੇ ਤਿਆਰੀ ਕਰੀ ਅਤੇ ਫਿਰ ਅਸੀਂ ਵੀ ਵਾਰੀ ਵਾਰੀ ਉੱਥੇ ਤੇਰੇ ਕੋਲ ਆ ਜਾਣਾ। ਕਹਿਣ ਲੱਗੀ ਠੀਕ। ਭਾਈ ਸਾਹਿਬ ਕਹਿਣ ਲੱਗੇ ਉੱਥੋਂ ਵਾਸਤੇ ਨਾ ਉੱਥੇ ਜਾਣ ਵਾਸਤੇ ਇੱਥੇ ਪਹਿਲਾਂ ਇੱਕ ਤਿਆਰੀ ਕਰਨੀ ਪੈਣੀ। ਕਹਿੰਦੇ ਦੱਸੋ ਜੀ। ਕਹਿੰਦੇ ਤੂੰ ਹੁਣ ਵਾਹਿਗੁਰੂ 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 ਕਰੀ ਚੱਲ, ਛੱਡਣਾ ਨਹੀਂ ਵਾਹਿਗੁਰੂ ਦਾ ਨਾਮ। ਅਤੇ ਉਸ ਬੱਚੀ ਨੇ ਫਿਰ ਭਾਈ ਸਾਹਿਬ ਦਾ ਬਚਨ ਮੰਨ ਕੇ ਮਹੀਨਾ ਭਰ ਵਾਹਿਗੁਰੂ ਵਾਹਿਗੁਰੂ ਬਹੁਤ ਜਪਿਆ ਅਤੇ ਫਿਰ ਸੁਖੈਨ ਢੰਗ ਨਾਲ ਹੀ ਆਖਰ ਸਰੀਰ ਛੱਡ ਕੇ ਉਹ ਚਲੀ ਗਈ, ਚੜ੍ਹਾਈ ਕਰ ਗਈ ਜਾਨੀ। ਸੋ ਇਸ ਪ੍ਰਕਾਰ ਗੁਰਮੁਖ ਪਿਆਰਿਆਂ ਦੇ ਕੋਲ ਇਹੋ ਜਿਹੀਆਂ ਜੁਗਤੀਆਂ ਹੁੰਦੀਆਂ ਨੇ, ਹੋਰ ਵੀ ਕਈ ਉਦਾਹਰਨਾਂ ਉਹਨਾਂ ਦੇ ਜੀਵਨ ਦੀਆਂ। ਸੋ ਇਸ ਪ੍ਰਕਾਰ ਕਹਿੰਦੇ ਸੱਦਣਹਾਰਾ ਸਿਮਰੀਆ, ਜੋ ਸੱਦ ਲੈਂਦਾ ਸਾਨੂੰ, ਸੱਦਾ ਆਉਣ 'ਤੇ ਘਬਰਾਉਣਾ ਨਹੀਂ ਚਾਹੀਦਾ। ਸੱਦਾ ਤਾਂ ਆਉਣਾ ਹੀ ਆਉਣਾ ਨਾ ਇੱਕ ਦਿਨ, ਸਮਝੋ ਵੀ ਸੱਦਾ ਨਾਲ ਆਇਆ ਹੀ ਹੋਇਆ। ਮਰਨ ਲਿਖਾਏ ਮੰਡਲ ਨ ਆਏ, ਇਸ ਮਿਰਤ ਮੰਡਲ ਵਿੱਚ ਜਿੰਨੇ ਆਏ ਹਨ ਮਰਨਾ ਲਿਖਾ ਕੇ ਆਏ ਨੇ। ਸੱਦਾ ਤਾਂ ਪਹਿਲਾਂ ਦਿੱਤਾ ਹੋਇਆ ਵਾਹਿਗੁਰੂ ਨੇ ਵੀ ਤੁਸੀਂ ਜਾਣਾ ਇੱਥੋਂ। ਸੋ ਇਸ ਪ੍ਰਕਾਰ ਕਹਿੰਦੇ ਜਿਹੜਾ ਸੱਦਣਹਾਰ ਹੈ ਵਾਹਿਗੁਰੂ, ਉਹਦਾ ਸਿਮਰਨ ਕਰਨਾ ਚਾਹੀਦਾ, ਕਿਉਂਕਿ ਉਹ ਦਿਨ ਸਾਡੇ 'ਤੇ ਵੀ ਆ ਰਹੇ ਨੇ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ 20ਵੇਂ ਸ਼ਬਦ ਵਿੱਚ ਸਾਡੇ ਤਾਈਂ ਫਰਮਾਇਆ ਹੈ। ਇਸ ਤੋਂ ਅੱਗੇ ਹੁਣ 3ਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਆਰੰਭ ਹੋ ਰਹੇ ਨੇ। ਰਾਗ ਗੌੜੀ ਮਹੱਲਾ 3 ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਗਵਾਰੇਰੀ। ਇਹ ਗੌੜੀ ਦੀ ਇੱਕ ਵੰਨਗੀ ਹੈ ਗਵਾਰੇਰੀ। 3ਜੇ ਪਾਤਸ਼ਾਹ ਦੀ ਬਾਣੀ ਅੱਗੋਂ ਆਰੰਭ ਹੋ ਰਹੀ ਹੈ। ਚੌਪਦੇ 4 ਪਦਿਆਂ ਵਾਲੇ ਸ਼ਬਦ ਹੋਣਗੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਭਨਾਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ। ਇਹ ਬੀਜ ਰੂਪ ਮੰਗਲ ਉਚਾਰ ਕੇ ਗੌੜੀ ਗਵਾਰੇਰੀ, ਗੌੜੀ ਰਾਗ ਦੀ ਇੱਕ ਵੰਨਗੀ ਗਵਾਰੇਰੀ, ਇਹਦੇ ਵਿੱਚ ਉਪਦੇਸ਼ ਦੇ ਰਹੇ ਨੇ। ਪ੍ਰਸ਼ਨ ਕੀਤਾ ਕਿ ਗੁਰੂ ਮਹਾਰਾਜ ਦੱਸੋ ਕਿ ਵਾਹਿਗੁਰੂ ਨਾਲ ਮਿਲਾਪ ਕਿਵੇਂ ਹੋਵੇ, ਕੀ ਸਾਧਨ ਕਰੀਏ? ਕੋਈ ਤੀਰਥਾਂ 'ਤੇ ਨਹਾਈਏ, ਕੋਈ ਤਪੱਸਿਆ ਕਰੀਏ, ਕੋਈ ਯੋਗਾ ਅਭਿਆਸ, ਜਾਂ ਕਿੰਨਾ ਕੁ ਦਾਨ ਕਰੀਏ? ਕਿਸ ਤਰ੍ਹਾਂ ਡਰ ਅਤੇ ਭਰਮ ਦੂਰ ਹੋਣ, ਕਿਵੇਂ ਵਾਹਿਗੁਰੂ ਦਾ ਗਿਆਨ ਹੋਏ? ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹ ਸਾਰਾ ਕੁਛ ਹੋਰ ਕਰਨ ਦੀ ਲੋੜ ਨਹੀਂ। ਗੁਰ ਮਿਲਿਆ ਹਰ ਮੇਲਾ ਹੋਈ। ਜਿਹੜਾ ਸਤਿਗੁਰੂ ਨੂੰ ਮਿਲ ਪੈਂਦਾ ਹੈ ਉਹਦਾ ਹਰੀ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਹੁਣ ਕਿੱਥੇ ਸਵਾਲ ਉੱਠਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ 'ਤੇ ਸਾਰੇ ਹੀ ਸਿੱਖ ਅਸੀਂ ਆਉਂਦੇ ਹਾਂ। ਇਹ ਸਾਡੇ ਤਨ ਦਾ ਮੇਲਾ ਹੈ। ਤਨ ਕਰਕੇ ਮਿਲਾਪ ਤਾਂ ਹੁੰਦਾ ਹੀ ਹੈ ਸਾਡਾ। ਜਿਵੇਂ 10 ਸਤਿਗੁਰਾਂ ਦੇ ਸਮੇਂ ਬੇਅੰਤ ਲੋਕ ਸਤਿਗੁਰਾਂ ਦੇ ਕੋਲ ਆਏ ਹੋਣਗੇ। ਇੱਕ ਤਾਂ ਹਨ ਵਪਾਰ ਕਰਨ ਵਾਲੇ, ਸਤਿਗੁਰੂ ਨੂੰ ਕੁਝ ਭੇਟਾ ਕੀਤਾ ਅਤੇ ਕੋਈ ਦੁਨਿਆਵੀ ਖੁਆਇਸ਼ਾਂ ਅੱਗੇ ਰੱਖੀਆਂ, ਕੁਛ ਮੰਗ ਲਿਆ। ਸਮਝਣ ਵਾਸਤੇ ਇੱਕ ਵਚਨ ਮੈਂ ਆਪ ਜੀ ਨਾਲ ਸਾਂਝਾ ਕਰਾਂ। ਜੋ ਚਮਕੌਰ ਸਾਹਿਬ ਨਗਰ ਹੈ, ਪਹਿਲਾਂ ਇਹਦਾ ਨਾਮ ਚਮਕੌਰ ਹੀ ਸੀ। ਉੱਥੇ ਸਤਿਗੁਰਾਂ ਦੇ ਮੁਬਾਰਕ ਚਰਨ ਪਏ, ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਅਤੇ ਅੱਜ ਅਸੀਂ ਉਸ ਸਥਾਨ ਨੂੰ ਚਮਕੌਰ ਸਾਹਿਬ ਕਹਿੰਦੇ ਹਾਂ। ਨਗਰ ਦਾ ਨਾਮ ਤਾਂ ਚਮਕੌਰ ਹੀ ਸੀ। ਇੱਥੇ 2 ਵਾਰੀ ਆਏ ਹਨ ਕਲਗੀਧਰ ਪਾਤਸ਼ਾਹ। ਇੱਕ ਜੀ ਜੰਗ ਹੋਇਆ ਅਤੇ ਇੱਕ ਵਾਰੀ ਜਦੋਂ ਪਹਿਲਾਂ ਆਏ ਸੀ। ਸਤਿਗੁਰੂ ਇੱਥੇ ਠਹਿਰੇ ਹੋਏ ਸੀ। ਇੱਥੇ ਉਦੋਂ ਵੀ ਇੱਕ ਛੋਟਾ ਜਿਹਾ ਜੰਗ ਹੋਇਆ ਸੀ। ਖੈਰ ਸਤਿਗੁਰੂ ਜੀ ਠਹਿਰੇ ਹੋਏ ਸਨ ਅਤੇ ਪੋਠੋਹਾਰ ਤੋਂ ਸੰਗਤ ਆਈ। ਉਹਨਾਂ ਨੂੰ ਰਸਤੇ 'ਚ ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਅਨੰਦਪੁਰ ਸਾਹਿਬ ਨਹੀਂ, ਚਮਕੌਰ ਨਗਰ ਨੇ। ਉਹ ਸੰਗਤ ਇੱਥੇ ਆ ਗਈ ਅਤੇ ਉਹਨਾਂ ਨੇ ਸਤਿਗੁਰੂ ਦੇ ਪਾਸ ਇਕੱਠਿਆਂ ਹੋ ਕੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ, ਅਸੀਂ ਘਰੋਂ ਗਰੀਬ ਹਾਂ ਸਾਰੇ, ਸਾਡੇ ਘਰਾਂ 'ਚ ਧਨ ਦੀ ਬੜੀ ਗਰੀਬੀ ਹੈ, ਅਤੇ ਕਦੇ ਕਦਾਈ ਤੁਹਾਡੇ ਦਰਸ਼ਨ ਕਰਨ ਆਉਣ ਦਾ ਸਬੱਬ ਬਣਦਾ। ਜੇ ਤੁਸੀਂ ਸਾਨੂੰ ਧਨ ਦੌਲਤ ਬਹੁਤੀ ਬਖਸ਼ੋ ਅਤੇ ਅਸੀਂ ਹੋਰ ਭੇਟਾ ਲੈ ਕੇ ਬਹੁਤੀ ਛੇਤੀ ਥੋੜ੍ਹੇ ਸਮੇਂ ਬਾਅਦ ਹੀ ਦਰਸ਼ਨ ਕਰਨ ਆਇਆ ਕਰੀਏ। ਤਾਂ ਗੁਰੂ ਮਹਾਰਾਜ ਉਹਨਾਂ ਵੱਲ ਵੇਖ ਕੇ ਕਹਿਣ ਲੱਗੇ, ਸਿੱਖੋ ਧਨ ਦੇਵਾਂਗੇ ਮਰਵਾਵਾਂਗੇ। ਭਾਈ ਸਾਹਿਬ ਡਾਕਟਰ ਵੀਰ ਸਿੰਘ ਦੀ ਲਿਖਤ ਤੁਸੀਂ ਪੜ੍ਹ ਸਕਦੇ ਹੋ। ਕਲਗੀਧਰ ਚਮਤਕਾਰ ਵਿੱਚ ਇਹ ਪ੍ਰਸੰਗ ਲਿਖਿਆ ਹੈ। ਸਿੱਖੋ ਧਨ ਦੇਵਾਂਗੇ ਮਰਵਾਵਾਂਗੇ। ਉਹ ਪਿਛਾਂਹ ਹਟ ਗਏ ਅਤੇ ਆਪਸ ਵਿੱਚ ਕੁਸਰ ਮੁਸਰ ਕੀਤੀ
ਕਿ ਗੁਰੂ ਮਹਾਰਾਜ ਤੇ ਕਿਸੇ ਗੱਲੋਂ ਖਫਾ ਨੇ, ਪਰ ਅੱਛਾ ਜੇ ਗੁੱਸੇ 'ਚ ਜਾਪਦੇ ਨੇ ਤਾਂ ਇਹੋ ਜਿਹਾ ਬਚਨ ਕੀਤਾ ਪਿਛਾਂ ਹਟ ਜਾਈਏ ਅਤੇ ਕੁਝ ਦਿਨ ਰਹੀਏ, ਹੋਰ ਇੱਥੇ ਸੇਵਾ ਕਰੀਏ, ਇੱਥੇ ਰਹੀਏ, ਸਤਸੰਗ ਕਰੀਏ, ਅਤੇ ਜਦੋਂ ਸਤਿਗੁਰੂ ਜੀ ਖੁਸ਼ ਪ੍ਰਸੰਨ ਹੋਣਗੇ ਨਾ ਉਦੋਂ ਫਿਰ ਬੇਨਤੀ ਕਰਾਂਗੇ। ਤਾਂ ਇੱਕ ਦਿਨ ਕੋਈ ਬਿਲਾਸ ਵਾਲਾ ਬਚਨ ਹੋਇਆ ਗੁਰੂ ਮਹਾਰਾਜ ਦੇ ਕੋਲ, ਅਤੇ ਗੁਰੂ ਮਹਾਰਾਜ ਮੁਸਕਰਾ ਰਹੇ ਸੀ, ਅਤੇ ਉਦੋਂ ਉਹ ਪੋਠਵਾਰੀ ਅੱਗੇ ਆਏ ਖਿਸਕਦੇ ਖਿਸਕਦੇ, ਅਤੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ ਅਸੀਂ ਤਾਂ ਬੇਨਤੀ ਕੀਤੀ ਸੀ ਵੀ ਗਰੀਬੀ ਦੂਰ ਕਰੋ, ਤੁਸਾਂ ਇਹ ਬਚਨ ਤਾਂ ਕੀਤਾ ਵੀ ਧਨ ਦੇਵਾਂਗੇ, ਪਰ ਨਾਲ ਹੀ ਮਹਾਰਾਜ ਤੁਸਾਂ ਬਚਨ ਕੀਤਾ ਮਰਵਾਵਾਂਗੇ। ਜੇ ਸਾਨੂੰ ਮਰਵਾ ਹੀ ਦਿੱਤਾ ਤਾਂ ਧਨ ਫਿਰ ਸਾਡੇ ਕਿਹੜੇ ਕੰਮ। ਤਾਂ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ, ਸਿੱਖੋ ਇਹ ਤਾਂ ਇੰਝ ਹੋਇਆ ਵੀ ਕਿਸੇ ਇਲਾਕੇ ਵਿੱਚ 12 ਵਰ੍ਹੇ ਔੜ ਲੱਗੀ ਰਹੀ, ਲੋਕ ਤਰਸਦੇ ਸਨ ਮੀਂਹ ਨੂੰ, ਪਾਣੀ ਨੂੰ, ਅਤੇ 12 ਵਰ੍ਹਿਆਂ ਬਾਅਦ ਜਦੋਂ ਮੀਂਹ ਵਰਸਣ ਲੱਗਾ ਅਤੇ ਜਿਨ੍ਹਾਂ ਦੇ ਖੇਤਾਂ ਵਿੱਚ ਜਾਂ ਘਰਾਂ ਜਿੱਥੇ ਕਿਤੇ ਪਾਣੀ ਚਾਹੀਦਾ ਸੀ ਉਹ ਅੱਗੋਂ ਉਸ ਸਥਾਨ ਨੂੰ ਢੱਕਣ ਲੱਗ ਪਏ, ਚਾਦਰਾਂ ਤਾਣਨ ਲੱਗ ਪਏ, ਖੇਸਾਂ ਨੂੰ ਤਾਣਨ ਲੱਗ ਪਏ ਵੀ ਛਿੱਟ ਡਿੱਗੇ ਨਾ, ਬੱਦਲਾਂ ਦੀ ਕੋਈ ਬੂੰਦ ਨਾ ਡਿੱਗੇ ਸਾਡੇ ਖੇਤਾਂ 'ਚ। ਅਤੇ ਫਿਰ ਬੱਦਲ ਦਾ ਤਾਂ ਕਸੂਰ ਕੋਈ ਨਹੀਂ ਨਾ। ਉਹ ਕਹਿਣ ਲੱਗੇ ਮਹਾਰਾਜ ਅਸੀਂ ਮੋਟੀ ਬੁੱਧ ਵਾਲੇ, ਹੁਣ ਅਸੀਂ ਸਮਝਦੇ ਨਹੀਂ ਤੁਹਾਡੇ ਬਚਨ ਨੂੰ, ਸਾਨੂੰ ਚੰਗੀ ਤਰ੍ਹਾਂ ਸਮਝਾਓ। ਗੁਰੂ ਮਹਾਰਾਜ ਕਹਿਣ ਲੱਗੇ, ਸਿੱਖੋ ਤੁਹਾਡੇ ਮਨਾਂ ਵਿੱਚ ਤਾਂ ਸਿਰਫ ਕਦਰ ਹੈ ਦੁਨਿਆਵੀ ਧਨ, ਜਿਹੜਾ ਰੋਕੜੀ ਹੈ ਨਾ, ਦਮੜੇ ਕੌਡੀਆਂ ਦੀ ਤੁਹਾਨੂੰ ਬੜੀ ਅਹਿਮੀਅਤ ਦਿਸਦੀ ਹੈ, ਪਰ ਅਸੀਂ ਕੁਝ ਹੋਰ ਵੱਡੀ ਦਾਤ ਤੁਹਾਨੂੰ ਦੇਣੀ ਚਾਹੁੰਦੇ ਸੀ। ਧਨ ਦੇਵਾਂਗੇ ਮਰਵਾਵਾਂਗੇ ਦਾ ਮਤਲਬ ਇਹ ਹੈ ਕਿ ਤੁਹਾਨੂੰ ਨਾਮ ਧਨ ਦੇਵਾਂਗੇ, ਨਾਮ ਜਪਾ ਜਪਾ ਕੇ ਤੁਹਾਡੇ ਮਨ ਮਰਵਾ ਦਿਆਂਗੇ, ਕਲਿਆਣ ਹੋ ਜਾਏਗੀ, ਤੁਸੀਂ ਤਰ ਜਾਓਗੇ ਸੰਸਾਰ ਤੋਂ, ਪਰ ਤੁਹਾਨੂੰ ਨਾਮ ਰੂਪੀ ਧਨ ਦੀ ਕਦਰ ਨਹੀਂ, ਅਜੇ ਤੁਸੀਂ ਅਜੇ ਅਧਿਕਾਰੀ ਨਹੀਂ ਬਣੇ ਇਸ ਧਨ ਦੇ, ਤੁਹਾਡੇ ਮਨਾਂ ਵਿੱਚ ਅਜੇ ਕੌਡੀਆਂ ਦੀ ਕਦਰ ਜ਼ਿਆਦਾ। ਇਸ ਕਰਕੇ ਹੁਣ ਕੌਡੀਆਂ ਪਹਿਲਾਂ ਮਿਲ ਜਾਣਗੀਆਂ, ਜਦੋਂ ਇਹ ਧਨ ਬਹੁਤ ਭੋਗ ਲਓਗੇ ਨਾ, ਇਹਦੇ ਦੋਸ਼ ਤੁਹਾਡੇ ਸਾਹਮਣੇ ਆਉਣਗੇ, ਫਿਰ ਕਿਤੇ ਵਿਰਾਗ ਉਪਜੇਗਾ, ਚਿਰ ਬਾਅਦ ਫਿਰ ਨਾਮ ਧਨ ਮਿਲੇਗਾ, ਫਿਰ ਕਲਿਆਣ ਹੋ ਜਾਏਗੀ, ਪਰ ਤੁਸੀਂ ਦੂਰ ਜਾ ਪਏ। ਪਹਿਲਾਂ ਦੁਨਿਆਵੀ ਧਨ ਦੇ ਸੁੱਖ ਭੋਗ ਲਓ ਸਰੀਰਕ ਤੌਰ 'ਤੇ ਅਕਸਰ, ਅਤੇ ਇੱਥੋਂ ਫਿਰ ਨਿਰਾਸ਼ਤਾ ਹੀ ਪੱਲੇ ਪੈਣੀ ਹੈ। ਫਿਰ ਨਾਮ ਧਨ ਲਈ ਪ੍ਰੇਮ ਜਾਗੇਗਾ ਅਤੇ ਮਿਲ ਜਾਏਗਾ, ਕਲਿਆਣ ਹੋ ਜਾਏਗੀ, ਪਰ ਪਹਿਲਾਂ ਇਹ ਜਿਹੜੇ ਕੌਡੀਆਂ ਨੇ ਨਾ ਦੁਨਿਆਵੀ ਧਨ, ਇਹ ਮਿਲ ਜਾਏਗਾ। ਸਤਿਗੁਰੂ ਮਹਾਰਾਜ ਨੂੰ ਸਾਡੇ ਇਸ ਧਨ ਦੀ ਲੋੜ ਨਹੀਂ। ਮਤ ਸਮਝੀਏ ਵੀ ਜਿਹੜਾ ਸੋਨਾ ਸਤਿਗੁਰੂ ਅੱਗੇ ਭੇਟਾ ਕਰੇ ਉਸ 'ਤੇ ਮਹਾਰਾਜ ਰੀਝ ਪੈਂਦੇ ਨੇ, ਜਿਹੜਾ ਬਹੁਤੀ ਮਾਇਆ ਭੇਟਾ ਕਰੇ ਉਸ 'ਤੇ ਸਤਿਗੁਰੂ ਰੀਝਦੇ ਨੇ। ਇਹ ਵੀ ਨਹੀਂ ਮਤਲਬ ਵੀ ਜਿਹੜਾ ਅਮੀਰ ਆ ਉਹ ਗੁਰੂ ਮਹਾਰਾਜ ਅੱਗੇ ਕੁਛ ਭੇਟਾ ਹੀ ਨਾ ਕਰੇ, ਪੈਸਾ ਦਮੜਾ ਹੀ ਭੇਟਾ ਕਰੇ, ਨਿੱਕੇ ਤੋਂ ਨਿੱਕਾ ਪੈਸਾ ਹੀ ਭੇਟਾ ਕਰੇ, ਇਹ ਵੀ ਗੱਲ ਨਹੀਂ। ਗੁਰੂ ਘਰ ਦੇ ਜਿਹੜੇ ਕਾਰਜ ਨੇ ਉਹਨਾਂ ਵਾਸਤੇ ਹਿੱਸਾ ਪਾਉਣਾ ਚਾਹੀਦਾ, ਬਲਕਿ ਗੁਰੂ ਮਹਾਰਾਜ ਦੀ ਆਗਿਆ ਦਸਵੰਧ ਭੇਟਾ ਕਰੀਏ ਗੁਰੂ ਮਹਾਰਾਜ ਦੇ ਘਰ 'ਚ। ਭਲੇ ਅਰਥ ਧਰਮ ਦੇ ਕਾਰਜਾਂ ਵਾਸਤੇ ਦਸਵੰਧ, ਜਿੰਨੀ ਕਿਸੇ ਦੀ ਕਮਾਈ ਆ ਉਹਦਾ 10ਵਾਂ ਹਿੱਸਾ, ਦਸਮਾਂਸ਼ ਵੀ ਲਿਖਿਆ ਹੋਇਆ, 10ਵਾਂ ਅੰਸ਼, ਆਪਣੀ ਕਮਾਈ ਦਾ 10ਵਾਂ ਹਿੱਸਾ ਇਹ ਭੇਟਾ ਕਰਨਾ ਚਾਹੀਦਾ। ਜਿੰਨੀ ਸਤਿਗੁਰੂ ਨੇ ਦੌਲਤ ਬਖਸ਼ੀ ਹੈ ਸਾਨੂੰ, ਕਮਾਈ ਦੇ ਸਾਧਨ ਬਖਸ਼ੇ ਨੇ ਉਸ ਲਿਹਾਜ਼ ਨਾਲ, ਪਰ ਇਹ ਮਤ ਸਮਝੋ ਵੀ ਜਿਹੜਾ ਉੱਧਰੋਂ ਕਿੱਧਰੋਂ ਇਕੱਠਾ ਕਰਕੇ ਧਨ ਬਹੁਤਾ ਭੇਟਾ ਕਰ ਦੇਵੇਗਾ ਗੁਰੂ ਮਹਾਰਾਜ ਉੱਤੇ ਬਹੁਤਾ ਰੀਝਣਗੇ, ਨਹੀਂ, ਭਾਵਨਾ ਤੇ ਰੀਝਦੇ ਨੇ ਸੱਚੇ ਪਾਤਸ਼ਾਹ। ਸਤਿਗੁਰੂ ਦੇ ਦਰ 'ਤੇ ਗਰੀਬ ਵੱਲੋਂ ਕੌਡੀ ਵੀ ਭੇਟਾ ਪ੍ਰਵਾਨ ਹੈ, ਖਾਲੀ ਹੱਥ ਵੀ ਆ ਜਾਏ ਤੇ ਉਹ ਵੀ ਪ੍ਰਵਾਨ ਨਹੀਂ ਹੋਵੇਗਾ। ਯਤਨ ਕਰਨਾ ਚਾਹੀਦਾ ਵੀ ਕੁਛ ਨਾ ਕੁਛ ਭੇਟਾ ਲੈ ਕੇ ਜਾਈਏ, ਪਰ ਖਾਲੀ ਹੱਥ ਵੀ ਕੋਈ ਆ ਜਾਏ ਰੱਬ ਦਾ ਬੰਦਾ, ਅੰਦਰ ਉਹਦੇ ਭਾਵਨਾ ਹੋਵੇ, ਸ਼ਰਧਾ ਹੋਏ, ਸਜਦੇ ਮਿਲਾ ਨੂੰ ਤੇ ਜਾ ਕੇ ਆਪ ਮਿਲੇ ਸਨ ਸਤਿਗੁਰੂ। ਉਹਦੇ ਅਨੰਦਪੁਰ ਸਾਹਿਬ ਆਇਆ ਹੀ ਨਹੀਂ, ਜਾ ਕੇ ਮਿਲ ਕੇ ਬੇੜੀ 'ਚ ਬੈਠ ਕੇ ਉਹਦਾ ਬੇੜਾ ਹੀ ਬੰਨੇ ਲਾ ਦਿੱਤਾ, ਪਾਰ ਉਤਾਰਾ ਕਰ ਦਿੱਤਾ, ਬਖਸ਼ਿਸ਼ਾਂ ਕਰ ਦਿੱਤੀਆਂ। ਸਤਿਗੁਰੂ ਤੇ ਇਹੋ ਜਿਹੇ ਨੇ। ਸੋ ਇਸ ਵਾਸਤੇ ਸਤਿਗੁਰੂ ਦੇ ਪਾਸੋਂ ਨਾਮ ਧਨ ਦੀ ਜਾਚਨਾ ਜ਼ਰੂਰ ਕਰਨੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ ਇਹ ਸਿਮਰਨ ਹੀ ਹੈ ਜਿਹਨੇ ਸਾਡੀ ਆਤਮਾ ਦਾ ਸਹਾਈ ਹੋਣਾ। ਇਸ ਕਰਕੇ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ। ਉਹ ਦਿਨ ਸਾਡੇ ਤਿਆਰ ਨੇ, ਔਰ ਹਜ਼ੂਰ ਕਹਿੰਦੇ ਨੇ ਗੁਰ ਮਿਲਿਆ ਹਰ ਮੇਲਾ ਹੋਈ। ਗੁਰੂ ਨੂੰ ਮਿਲਣਾ ਭਾਵਨਾ, ਅੰਦਰ ਦੀ ਭਾਵਨਾ ਸਹਿਤ, ਕਿਉਂਕਿ ਮਿਲਿਆ ਨਾ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲਿਆ ਕਹੀ ਐ ਸੋਏ। ਅੰਦਰੋਂ ਜਿਹੜਾ ਮਿਲਿਆ ਸਤਿਗੁਰੂ ਮਹਾਰਾਜ ਨੂੰ, ਭਾਵਨਾ ਜਿਹਦੇ ਅੰਦਰ ਆ। ਨਹੀਂ ਤਾਂ ਭੀਮ ਚੰਦ ਕਹਿਲੂਰੀਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦਾ ਹੀ ਸੀ ਨਾ, ਪਰ ਹੈ ਅੰਦਰੋਂ ਵਿਰੋਧੀ ਸੀ। ਉਹਦਾ ਇੱਕ ਵਜ਼ੀਰ ਸੀ ਦੇਵੀ ਚੰਦ ਕੇ ਦੇਵੀ ਦਾਸ ਸੀ ਉਹਦਾ ਨਾਮ,
ਉਹਦੇ ਵਜ਼ੀਰ ਦਾ, ਉਹ ਗੁਰੂ ਮਹਾਰਾਜ 'ਤੇ ਸੱਚੀ ਸ਼ਰਧਾ ਰੱਖਦਾ ਸੀ। ਭੀਮ ਚੰਦ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਪੱਖੀ ਆ, ਉਹਨਾਂ ਦਾ ਸ਼ਰਧਾਲੂ ਆ ਦਿਲੋਂ, ਤਾਂ ਉਹਦੀਆਂ ਅੱਖੀਆਂ ਅੰਨੀਆਂ ਕਰਨ ਦਾ ਯਤਨ ਕੀਤਾ। ਸਲਾਈਆਂ ਗਰਮ ਕਰਕੇ ਕਹਿੰਦਾ ਇਹਦੇ ਨੇਤਰਾਂ 'ਚ ਫੇਰ ਦੇ, ਉਹਦੀਆਂ ਅੱਖਾਂ ਅੰਨੀਆਂ ਕਰ ਦਿਓ। ਪਰ ਗੁਰੂ ਮਹਾਰਾਜ ਨੇ ਉਹਦੇ ਅੱਖਾਂ ਦਾ ਸੇਕ ਆਪਣੇ ਚਰਨਾਂ 'ਤੇ ਸਹਾਰਿਆ ਸੀ। ਹਜ਼ੂਰ ਕਲਗੀਧਰ ਬਿਰਾਜੇ ਹੋਏ ਸਨ ਅਤੇ ਮਾਸ ਦੇ ਸੜਨ ਦੀ ਗੰਧ ਆਈ ਸਿੰਘਾਂ ਨੂੰ, ਤਾਂ ਵੇਖਿਆ ਹਜ਼ੂਰ ਦਾ ਕੱਪੜਾ ਲਾ ਕੇ ਚਰਨਾਂ ਤੋਂ ਧੂੰਆਂ ਨਿਕਲ ਰਿਹਾ ਸੀ, ਜਿਵੇਂ ਚਰਨਾਂ ਦਾ ਮਾਸ ਸੜ ਰਿਹਾ ਸੀ। ਤਾਂ ਛੇਤੀ ਛੇਤੀ ਬਚਾਉਣ ਦਾ ਯਤਨ ਕੀਤਾ। ਵੀ ਸਤਿਗੁਰੂ ਮਹਾਰਾਜ ਹੈਰਾਨ ਵੀ ਬੜੇ ਹੋਏ ਸਿੰਘ ਵੀ ਇਹ ਕੀ ਗੱਲ। ਤਾਂ ਗੁਰੂ ਮਹਾਰਾਜ ਨੇ ਕਿਹਾ ਬਈ ਇੰਝ ਭੀਮ ਚੰਦ ਉਹਦੀਆਂ ਅੱਖਾਂ ਨਹੀਂ ਕਰ ਰਿਹਾ, ਅਤੇ ਉਹ ਸਾਡੇ ਚਰਨਾਂ ਦਾ ਧਿਆਨ ਧਰ ਕੇ ਬੈਠਾ ਸੀ, ਇਸ ਕਰਕੇ ਫਿਰ ਇਹ ਸੇਕ ਅਸੀਂ ਆਪਣੇ ਪੈਰਾਂ 'ਤੇ ਚਰਨਾਂ 'ਤੇ ਸਹਾਰ ਲਿਆ, ਉਹਦੀਆਂ ਅੱਖਾਂ ਅੰਨੀਆਂ ਨਹੀਂ ਹੋਣ ਦਿੱਤੀਆਂ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਕਿੱਥੇ ਉਹ ਦੇਵੀਦਾਸ ਅਤੇ ਕਿੱਥੇ ਉਹ ਭੀਮ ਚੰਦ ਕਹਿਲੂਰੀਆ। ਨੇਤਰਾਂ ਨਾਲ ਦਰਸ਼ਨ ਤਾਂ ਗੁਰੂ ਕਲਗੀਧਰ ਦੇ ਉਹਨੇ ਵੀ ਕੀਤੇ ਸਨ ਕਈ ਵਾਰੀ, ਪਰ ਅੰਦਰ ਉਹਦੇ ਭਾਵਨਾ ਸੱਚੀ ਨਹੀਂ ਸੀ। ਸੋ ਇਸ ਵਾਸਤੇ ਅੰਤਰ ਹੈ। ਗੁਰ ਮਿਲਿਆ ਹਰ ਮੇਲਾ ਹੋਈ। ਜਿਹੜਾ ਗੁਰੂ ਨੂੰ ਅੰਦਰੋਂ ਮਿਲ ਪਿਆ ਨਾ ਭਾਵਨਾ ਸਹਿਤ, ਉਹਦਾ ਹਰੀ ਨਾਲ ਮਿਲਾਪ ਹੋ ਗਿਆ ਸਮਝੋ। ਪਹਿਲੀ ਗੱਲ ਤੇ ਗੁਰੂ ਤੇ ਪ੍ਰਮਾਤਮਾ ਇੱਕੋ ਰੂਪ ਹੈ। ਆਮ ਹੋਰਨਾਂ ਲੋਕਾਂ ਦਾ, ਕਿਸੇ ਦਾ ਵਿੱਦਿਆ ਗੁਰੂ, ਕਿਸੇ ਨੂੰ ਸਾਜ਼ ਸਿਖਾਉਣ ਵਾਲਾ, ਕੋਈ ਹੋਰ ਕਲਾ ਸਿਖਾਉਣ ਵਾਲਾ, ਉਹਨੂੰ ਵੀ ਲੋਕ ਗੁਰੂ ਕਹਿ ਦਿੰਦੇ ਨੇ। ਹਿੰਦੁਸਤਾਨ 'ਚ ਰਿਵਾਜ ਹੈ, ਇਹ ਮੇਰਾ ਵਿੱਦਿਆ ਗੁਰੂ ਹੈ ਜੀ, ਇਹਨੇ ਮੈਨੂੰ ਆਹ ਸਿਖਾਇਆ, ਮੇਰਾ ਗੁਰੂ ਆ, ਮੇਰਾ ਆਹ ਗੁਰੂ ਹੈ, ਉਸਤਾਦ ਮਾਤਰ ਨੂੰ। ਪਰ ਜਦੋਂ ਸਤਿਗੁਰੂ ਨਾਨਕ ਦੇਵ ਦੇ ਘਰ ਵਿੱਚ ਗੁਰੂ ਸ਼ਬਦ ਦੀ ਗੱਲ ਆਏਗੀ ਅਤੇ ਉਹ 10 ਸਤਿਗੁਰਾਂ ਲਈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਵਾਸਤੇ ਹੋਏਗਾ, ਹੋਰ ਕਿਸੇ ਲਈ ਨਹੀਂ। ਹੋਰ ਜਿਹੜੇ ਨੇ ਬੰਦਗੀ ਵਾਲੇ ਲੋਕ ਗੁਰਮੁਖ ਕਿਹਾ ਜਾ ਸਕਦਾ। ਸੋ ਸੰਤ ਸਾਧ ਭਗਤ ਕਿਹਾ ਜਾਂਦਾ, ਰੱਬ ਦਾ ਜਨ ਕਿਹਾ ਜਾਂਦਾ, ਪਰ ਗੁਰੂ 10 ਪਾਤਸ਼ਾਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਇਹ ਬਚਨ ਵਰਤਿਆ ਜਾਂਦਾ ਹੈ। ਸੋ ਇਸ ਪ੍ਰਕਾਰ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਨੂੰ ਇੱਕੋ ਰੂਪ ਕਰਕੇ ਜਾਣ। ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਸਤਿਗੁਰੂ ਨਾਲ ਜੋ ਭਾਵਨਾ ਸਹਿਤ ਮਿਲਦਾ ਹੈ, ਸਤਿਗੁਰੂ ਨੂੰ ਮਿਲਣ ਕਰਕੇ ਹਰੀ ਪ੍ਰਮਾਤਮਾ ਦਾ ਮੇਲਾ ਮਿਲਾਪ ਹੋ ਜਾਂਦਾ ਹੈ। ਫਿਰ ਕਿਵੇਂ ਜੀ? ਆਪੇ ਮੇਲ ਮਿਲਾਵੇ ਸੋਈ ਗੁਰੂ ਨੂੰ ਕਿਵੇਂ ਮਿਲੀਏ ਜੀ? ਤਾਂ ਮਹਾਰਾਜ ਕਹਿੰਦੇ ਇਹ ਵੀ ਜਿਹੜਾ ਮੇਲ ਜੋਲ ਹੈ ਪ੍ਰਮਾਤਮਾ ਹੀ ਕਰਨ ਵਾਲਾ, ਇਹ ਵਿਧੀਆਂ ਬਣਾਉਣ ਵਾਲਾ ਪ੍ਰਮਾਤਮਾ ਹੀ। ਆਪੇ ਮੇਲ ਮਿਲਾਵੇ ਸੋਈ, ਆਪ ਹੀ ਸਤਸੰਗਤ ਵਿੱਚ ਮੇਲ ਕੇ ਉਹੀ ਪ੍ਰਮਾਤਮਾ ਮਿਲਾਉਂਦਾ ਗੁਰੂ ਮਹਾਰਾਜ ਦੇ ਨਾਲ। ਮੇਰਾ ਪ੍ਰਭ ਸਭ ਵਿਦ ਆਪੇ ਜਾਣਾ ਜੀ, ਕਿਸ ਢੰਗ ਨਾਲ ਮਿਲਾਉਂਦਾ? ਤਾਂ ਹਜ਼ੂਰ ਕਹਿੰਦੇ ਮੇਰਾ ਪ੍ਰਭੂ ਅਕਾਲ ਪੁਰਖ ਸਾਰੀਆਂ ਵਿਧੀਆਂ, ਸਾਰੇ ਢੰਗ ਤਰੀਕੇ ਆਪ ਜਾਣਦਾ ਹੈ। ਉਹਨੂੰ ਪਤਾ ਹੈ ਕਿਸ ਨੂੰ ਕਿਸ ਨਾਲ ਕਦੋਂ ਕਿਵੇਂ ਮਿਲਾਉਣਾ, ਸਭ ਢੰਗ ਤਰੀਕੇ ਵਾਹਿਗੁਰੂ ਜਾਣਦਾ। ਹੁਕਮੇ ਮੇਲੇ ਸ਼ਬਦ ਪਛਾਣਾ, ਆਪਣੇ ਹੁਕਮ ਦੁਆਰਾ, ਮਤਲਬ ਆਪਣੀ ਰਜ਼ਾ ਮੁਤਾਬਕ, ਆਪਣੇ ਭਾਣੇ ਵਿੱਚ, ਆਪਣੀ ਆਗਿਆ ਨਾਲ, ਆਪਣੀ ਮਰਜ਼ੀ ਨਾਲ ਉਹ ਮਿਲਦਾ ਹੈ ਗੁਰੂ ਸਾਹਿਬ ਨਾਲ। ਅਤੇ ਫਿਰ ਉਸ ਸਿੱਖ ਨੂੰ ਸਤਿਗੁਰੂ ਪਾਸੋਂ ਸ਼ਬਦ ਮਿਲਦਾ, ਉਪਦੇਸ਼, ਨਾਮ, ਮੰਤਰ। ਫਿਰ ਇਸ ਸ਼ਬਦ ਦੁਆਰਾ ਉਹ ਵਾਹਿਗੁਰੂ ਦੇ ਸਰੂਪ ਨੂੰ ਪਛਾਣ ਲੈਂਦਾ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਅੰਦਰਲੀਆਂ ਅੱਖਾਂ ਨੂੰ ਪ੍ਰਾਪਤ ਹੋ ਜਾਂਦੀਆਂ ਅਤੇ ਵਾਹਿਗੁਰੂ ਦੀ ਜੋਤ ਨੂੰ, ਪਰਮਾਤਮਾ ਨੂੰ ਪਛਾਣ ਲੈਂਦਾ। ਸਤਿਗੁਰ ਕੈ ਭਏ ਭਰਮ ਭਉ ਜਾਏ, ਭਰਮ ਭਟਕਣਾ ਮਨ ਦੀ, ਅਤੇ ਭਉ ਦੁਨਿਆਵੀ ਡਰ, ਇਹ ਕਿਵੇਂ ਦੂਰ ਹੋਣ ਜੀ? ਤਾਂ ਹਜ਼ੂਰ ਕਹਿੰਦੇ ਨੇ ਸਤਿਗੁਰੂ ਦੇ ਭਏ, ਸਤਿਗੁਰੂ ਦਾ ਭਉ ਜਿਨ੍ਹਾਂ ਨੂੰ ਪੈ ਗਿਆ, ਸਤਿਗੁਰੂ ਦਾ ਡਰ ਮੰਨਿਆ ਜਿੰਨਾ, ਮੈਂ ਗੁਰੂ ਦਾ ਸਿੱਖ ਹਾਂ, ਮੇਰੇ ਕੋਲੋਂ ਗੁਨਾਹ ਨਾ ਹੋ ਜਾਏ, ਮਾੜਾ ਕਰਮ ਨਾ ਹੋ ਜਾਏ, ਡਰ ਅਦਬ ਮਨ 'ਚ ਰੱਖੇ। ਅਤੇ ਫਿਰ ਬਾਕੀ ਸਾਰੇ ਭਰਮ ਅਤੇ ਭਉ, ਡਰ ਅਤੇ ਭਟਕਣਾ ਇਹ ਚਲੇ ਜਾਂਦੇ ਨੇ। ਕਿਸੇ ਤਰ੍ਹਾਂ ਦਾ ਭਰਮ ਨਹੀਂ ਰਹਿ ਜਾਂਦਾ, ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਜਾਂਦਾ। ਭੈ ਰਾਚੈ ਸੱਚ ਰੰਗ ਸਮਾਏ, ਸਤਿਗੁਰੂ ਦੇ ਭੈ ਵਿੱਚ ਜਿਹੜਾ ਰਚ ਜਾਂਦਾ, ਮਾਨਸਿਕ ਤੌਰ 'ਤੇ ਤਦਾਕਾਰ ਹੋ ਜਾਂਦਾ, ਦਿਨੇ ਰਾਤ ਸਤਿਗੁਰੂ ਦੇ ਭੈ ਅਤੇ ਭਾਵਨੀ 'ਚ ਰਹਿੰਦਾ। ਸੱਚ ਰੰਗ ਸਮਾਏ, ਜਿਹੜਾ ਸੱਚ ਸਰੂਪ ਵਾਹਿਗੁਰੂ ਦਾ ਪ੍ਰੇਮ ਰੰਗ ਹੈ ਨਾ, ਉਸ ਰੰਗ ਵਿੱਚ ਉਹ ਸਮਾ ਜਾਂਦਾ ਹੈ। ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਸਤਿਗੁਰੂ ਨਾਲ ਮਿਲਣ ਕਰਕੇ ਹਰੀ ਪ੍ਰਮਾਤਮਾ ਸੁਭਾਵਕ ਹੀ ਮਨ ਵਿੱਚ ਵਸ ਜਾਂਦਾ ਹੈ। ਸੁਭਾਏ, ਪ੍ਰੇਮ ਦੀ ਕਦਰ ਕਰਨ ਵਾਲਾ, ਸ੍ਰੇਸ਼ਟ ਪ੍ਰੇਮ ਦੁਆਰਾ ਸਿੱਖ ਦੇ ਹਿਰਦੇ 'ਚ ਵਾਹਿਗੁਰੂ ਨਾਲ ਪ੍ਰੇਮ ਜਾਗਦਾ ਹੈ।
ਤੇ ਉਸ ਪ੍ਰੇਮ ਦੀ ਬਦੌਲਤ ਹਰੀ ਪ੍ਰਮਾਤਮਾ ਮਨ ਵਿੱਚ ਵਸ ਜਾਂਦਾ। ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ। ਹੋਰ ਕੋਈ ਯਤਨ ਨਹੀਂ ਜੀ, ਹੋਰ ਕੋਈ ਸਾਧਨ, ਕੋਈ ਕੀਮਤ ਪਾਈ ਦੇ ਦਿੱਤੀ ਜਾਏ ਜਿਸ ਕਰਕੇ ਵਾਹਿਗੁਰੂ ਮਿਲ ਪਏ। ਤਾਂ ਮਹਾਰਾਜ ਕਹਿੰਦੇ ਨਹੀਂ, ਮੇਰਾ ਪ੍ਰਭੂ ਪਰਮਾਤਮਾ ਬਹੁਤ ਵੱਡਾ ਹੈ। ਭਾਰਾ ਤੋਂ ਮਤਲਬ ਬਹੁਤ ਮਹਾਨ ਹੈ। ਉਹਦੀ ਕੀਮਤ ਕਿਸੇ ਤੋਲ ਨਾਲ ਹੋ ਹੀ ਨਹੀਂ ਸਕਦੀ। ਹੋਰ ਚੀਜ਼ਾਂ ਤੇ ਖਰੀਦੀਆਂ ਜਾ ਸਕਦੀਆਂ ਵੀ ਇਸ ਹੀਰੇ ਦੀ ਕਿੰਨੀ ਕੀਮਤ ਹੈ, ਇਸ ਲਾਲ ਦੀ ਕਿੰਨੀ ਕੀਮਤ ਹੈ, ਸੋਨੇ ਦੀ ਕਿੰਨੀ ਕੀਮਤ ਹੈ, ਪਰ ਪ੍ਰਮਾਤਮਾ ਬਹੁਤ ਹੀ ਭਾਰਾ ਗਰਵਾ ਹੈ। ਕੀਮਤ ਨਹੀਂ ਪਾਏ। ਕਿਸੇ ਕੀਮਤ ਨਾਲ ਵੀ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸ਼ਬਦ ਸਲਾਹ ਹੈ ਅੰਤ ਨਾ ਪਾਰਾਵਾਰ। ਕਹਿੰਦੇ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਹੈ, ਜਿਸ ਪ੍ਰਮਾਤਮਾ ਦੀ ਹਸਤੀ ਦਾ ਕੋਈ ਪਾਰ ਉਰਾਰ ਨਹੀਂ ਹੈ, ਉਸ ਨੂੰ ਗੁਰੂ ਦੇ ਸ਼ਬਦ ਰਾਹੀਂ ਸਲਾਹਿਆ ਜਾਂਦਾ ਹੈ। ਗੁਰੂ ਦੇ ਸ਼ਬਦ ਰਾਹੀਂ ਸਲਾਹੁਣਾ ਹੈ। ਸਲਾਹੁਣ ਨਾਲ ਹੀ ਕਲਿਆਣ ਪ੍ਰਾਪਤ ਹੋਣੀ ਹੈ। ਜਿਹੜਾ ਸਲਾਹੁੰਦਾ ਹੈ, ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ। ਮੇਰਾ ਪ੍ਰਭੂ ਜੋ ਬਖਸ਼ਿੰਦ ਹੈ, ਸਾਰੇ ਗੁਨਾਹਾਂ ਨੂੰ ਬਖਸ਼ਣ ਦੀ ਸਮਰੱਥਾ ਰੱਖਦਾ ਹੈ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ ਹੋਂ ਪਾਪੀ ਵੱਡ ਗੁਨਾਹਗਾਰ। ਅਸੰਖ ਖਤੇ ਖਿਨ ਬਖਸ਼ਣਹਾਰਾ। ਸੋ ਇਸ ਪ੍ਰਕਾਰ ਉਹ ਬਖਸ਼ ਲੈਂਦਾ ਹੈ। ਗੁਰ ਮਿਲਿਆ ਸਭ ਮਤ ਬੁੱਧ ਹੋਏ। ਜਿਸ ਅਕਲ ਬੁੱਧ ਰਾਹੀਂ ਪ੍ਰਮਾਤਮਾ ਨੂੰ ਜਪਿਆ ਜਾਣਾ, ਸੰਸਾਰ ਤੋਂ ਕਲਿਆਣ ਹੋਣੀ ਹੈ, ਸਤਿਗੁਰੂ ਦੇ ਮਿਲਾਪ ਦੁਆਰਾ, ਸਤਿਗੁਰੂ ਦੇ ਪ੍ਰਤੀ ਅੰਦਰ ਦੀ ਭਾਵਨਾ ਨਾਲ ਮਿਲੀਏ ਤੇ ਅੰਦਰੋਂ ਸਤਿਗੁਰੂ ਨੂੰ ਮਿਲਣ ਕਰਕੇ ਸਾਡੇ ਅੰਦਰ ਉਹ ਮਤ, ਉਹ ਬੁੱਧ ਆਪਣੇ ਆਪ ਆ ਜਾਂਦੀ ਹੈ। ਪਹਿਲਾਂ ਬੁੱਧ ਹੈ ਵਿਸ਼ੇ ਵਿਸ਼ੈਣੀ, ਸੰਸਾਰਾਕਾਰ, ਵਿਹਾਰਾਕਾਰ, ਵਿਕਾਰਾਕਾਰ, ਫਿਰ ਆਤਮ ਵਿਸ਼ੈਣੀ ਬੁੱਧ ਬਣ ਜਾਂਦੀ ਹੈ। ਮਤ ਅਕਲ ਸਿੱਖਿਆ ਸਤਿਗੁਰੂ ਦੇ ਕੋਲੋਂ, ਦਰਬਾਰ ਵਿੱਚੋਂ, ਗੁਰੂ ਕੇ ਚਰਨਾਂ ਵਿੱਚੋਂ ਚੰਗੀ ਮਤ ਅਕਲ ਸਿੱਖਿਆ ਪ੍ਰਾਪਤ ਹੁੰਦੀ ਹੈ। ਬੁੱਧ ਬਦਲ ਜਾਂਦੀ ਹੈ। ਬੁੱਧੀ ਨਿਰਣਾ ਕਰਦੀ ਹੈ ਨਾ, ਮਨ 'ਚ ਜਿਹੜੇ ਫੁਰਨੇ ਆਉਂਦੇ ਨੇ ਉਹਨਾਂ ਦਾ ਨਿਰਣਾ ਬੁੱਧੀ ਕਰਦੀ ਹੈ। ਫਿਰ ਬੁੱਧੀ ਚੰਗਾ ਨਿਰਣਾ ਕਰਨ ਵਾਲੀ ਬਣ ਜਾਂਦੀ। ਮਨ ਨਿਰਮਲ ਵਸੈ ਸੱਚ ਸੋਏ। ਮਨ ਜਦੋਂ ਨਿਰਮਲ ਹੁੰਦਾ ਹੈ ਸਤ ਸੰਗਤ ਕਰਕੇ, ਸੇਵਾ ਸਿਮਰਨ ਕਰਕੇ, ਤਾਂ ਨਿਰਮਲ ਮਨ ਕਰਕੇ ਜੋ ਸੱਚ ਸਰੂਪ ਵਾਹਿਗੁਰੂ ਹੈ ਫਿਰ ਉਸ ਮਨ ਵਿੱਚ ਵਸ ਜਾਂਦਾ। ਮਨ ਨਿਰਮਲ ਹੋਣ ਕਰਕੇ ਭਾਵ ਪ੍ਰਗਟ ਹੋ ਜਾਂਦਾ ਵਾਹਿਗੁਰੂ। ਪਰਮਾਤਮਾ ਦੀ ਯਾਦ ਹਿਰਦੇ 'ਚ ਵਸ ਜਾਂਦੀ ਹੈ। ਵਾਹਿਗੁਰੂ ਦਾ ਸੱਚਾ ਨਾਮ ਹਿਰਦੇ 'ਚ ਵਸ ਜਾਂਦਾ। ਸਾਚ ਵਸਿਆ ਸਾਚੀ ਸਭ ਕਾਰ। ਜਿਹਦੇ ਹਿਰਦੇ 'ਚ ਸੱਚ ਵਸਦਾ ਹੈ ਉਸ ਦੀ ਸਾਰੀ ਜਿਹੜੀ ਕਾਰ ਹੈ, ਕਮਾਈ ਕਰਨੀ ਹੈ, ਉਹ ਸੱਚੀ ਹੁੰਦੀ ਹੈ, ਪੂਰਨ ਹੁੰਦੀ ਹੈ। ਸਾਚੀ ਸਭ ਕਾਰ, ਉਹਦੀ ਕਾਰ ਸੱਚੀ ਹੋ ਜਾਂਦੀ। ਜਿਹੜਾ ਵੀ ਕਾਰੋਮਦਾਰ ਉਹ ਕਰਦਾ ਹੈ, ਭਾਵ ਭਗਤੀ ਦੀ ਕਾਰ ਜਿਹੜੇ ਕਰਦਾ ਉਹ ਸੱਚੀ ਕਾਰ ਕਮਾਉਂਦਾ, ਪ੍ਰਵਾਨ ਹੋਣ ਵਾਲੀ ਕਾਰ ਕਮਾਉਂਦਾ ਭਗਤੀ ਦੀ। ਊਤਮ ਕਰਨੀ ਸ਼ਬਦ ਵਿਚਾਰ। ਸਭ ਤੋਂ ਉੱਚੀ ਕਰਨੀ ਕੀ ਹੈ? ਗੁਰੂ ਦੇ ਸ਼ਬਦ ਨੂੰ ਵਿਚਾਰਨਾ, ਅਥਵਾ ਉਸ ਗੁਰਮੁਖ ਦੀ ਜਿਹੜੀ ਕਰਨੀ ਹੈ ਬਹੁਤ ਉੱਚਤਮ ਹੋ ਜਾਂਦੀ ਹੈ। ਉਹ ਜੋ ਕੁਛ ਵੀ ਕਰਦਾ ਹੈ ਸ਼ੁੱਧ ਪਵਿੱਤਰ ਕਰਨੀ ਹੀ ਹੁੰਦੀ ਹੈ ਤੇ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਵੀ ਹਿਰਦੇ 'ਚ ਵਸ ਜਾਂਦੀ ਹੈ। ਗੁਰ ਤੇ ਸਾਚੀ ਸੇਵਾ ਹੋਏ। ਸਤਿਗੁਰਾਂ ਦੁਆਰਾ, ਸਤਿਗੁਰੂ ਦੀ ਪ੍ਰੇਰਣਾ ਨਾਲ ਜਿਹੜੀ ਸੇਵਾ ਵੀ ਗੁਰਮੁਖ ਕਰਦਾ ਹੈ ਉਹ ਸੱਚੀ ਸੇਵਾ ਹੁੰਦੀ ਹੈ, ਨਿਸਫਲ ਜਾਣ ਵਾਲੀ ਨਹੀਂ। ਗੁਰਮੁਖ ਨਾਮ ਪਛਾਣੈ ਕੋਏ। ਕੋਈ ਵਿਰਲੇ ਟਾਵਿਆਂ ਕੋਈ ਗੁਰਮੁਖ ਹੈ ਜਿਹੜਾ ਗੁਰਾਂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਪਛਾਣਦਾ ਹੈ, ਯਾਨੀ ਕਿ ਨਾਮ ਦੀ ਮਹਾਨਤਾ ਨੂੰ ਜਾਣਦਾ ਹੈ, ਸਮਝਦਾ ਹੈ। ਜੀਵੈ ਦਾਤਾ ਦੇਵਨਹਾਰ, ਨਾਨਕ ਹਰ ਨਾਮੇ ਲੱਗੈ ਪਿਆਰ। ਉਹ ਸਮਝਦਾ ਹੈ ਕਿ ਮੈਨੂੰ ਦਾਤਾਂ ਦੇਣ ਵਾਲਾ ਦੇਵਨਹਾਰ ਪਰਮਾਤਮਾ ਜਿਉਂਦਾ ਹੈ, ਭਾਵ ਸਦਾ ਹੀ ਰਹਿਣ ਵਾਲਾ, ਸਦਾ ਜੀਵਤ ਹੈ, ਮੇਰੇ ਸਿਰ ਤੇ ਖੜਾ ਹੈ। ਐਸੀ ਭਾਵਨਾ ਉਸ ਦੇ ਅੰਦਰ ਆਉਂਦੀ ਹੈ ਤੇ ਸਤਿਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ, ਤੀਸਰੇ ਗੁਰੂ ਨਾਨਕ ਸਾਹਿਬ, ਕਿ ਉਸ ਦਾ ਹਰੀ ਦੇ ਨਾਮ ਨਾਲ ਹਮੇਸ਼ਾ ਵਾਸਤੇ ਪਿਆਰ ਲੱਗਾ ਰਹਿੰਦਾ। ਇੱਥੋਂ ਤੱਕ ਸਤਿਗੁਰੂ ਮਹਾਰਾਜ ਜੀ ਨੇ ਵਿਚਾਰ ਬਖਸ਼ੀ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।